ਸਾਰੀਆਂ ਸੰਗਤਾਂ ਦੋ ਹੱਥ ਜੋੜ ਸਾਵਧਾਨ ਇਕਾਗਰ ਚਿੱਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ ਪਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ ਪਿੰਡ ਸਮੁੱਚਾ ਸਮਾਜ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਭਾਰਤ ਦੇਸ਼ ਦੀ ਤਰੱਕੀ ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਧੰਨ ਧੰਨ ਸ਼ਤਰ ਚਬਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ ਪਤਿਤ ਪਾਵਨ ਭਗਤ ਵਸਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ जुड़ बैठी गुरु जी की साजी नवाजी साध संग जियो। गुरु जी के खास स्वरूप खालसा साध संग जी सत्संगी जनों बुजुर्गों मताओ भैनों भरावों बच्चों जिन्हों के गुरु पातशाह ने कृपा करके जीवन के कुछ समा अपने चरण चरण सज के हरिदास कीर्तन के लाभ प्राप्त कर रहे हो, बड़े भाग्य हो। कीर्तन दरबार चल रहा, कीर्तनी वीर कीर्तन नाल सांझ पा रहे हैं। प्रोजैक्ट राਹੀਂ कीर्तन रिले किया जाता ताकि सानू उहदी गुरबाणी के अर्थ समझ सकन। प्रबंधकी वीरां ने सुंदर पंडाल सजाउण दा यतन किया, काफ़ी खर्च किया होया। नाल नाल गुरु के लंगर चल रहे हैं, चंगी सौंध लिआंदी होई है। गुरु पातशाह दे तख्त सजावट की हुई है, बहुत सुंदर लग रहा। चल रहे कीर्तन विच कुछ दास नूं आप जी की सेवा लई हुक्म होया। दास विशेष तौर पर कोई धार्मिक व्यक्ति नहीं है। धर्म की दुनिया में बहुत उच्ची उच्ची शख्सियत होंगे, केवल तो केवल आप जी को असीस लैनी, असीस लैके कुछ कीर्तन के प्रयोजन की ने वो सांझ पानी, उस तो बाद फिर कीर्तन में चलना। सो सब तो पहला आप जी रसना पवित्र करते हुए गुरु साहब को शीश झुकाते हुए फतेह बजाइए। वाहिगुरू जी का खालसा, वाहिगुरू जी की फतेह। गुरु प्यार वालियों, जो वीर जी साहब की सांझ पा रहे सन, उस दुख नाल जुड़ी हुई गल। दुख बारे गुरु पातशाह कहते हैं सब तो पहला जो बड़ा दुख है मनुख नूं, वो अपने असले तो भुल जाना या अपने मूल तो टुट जाना। एक दुख विछोड़ा, एक दुख भुख, एक दुख सख्त बार जमदूत, एक दुख रोग लगा तन धाए वैद ना भोले दाल लाए। चौं दुखों का जिक्र गुरु पातशाह ने गुरबाणी विच कीता। उंज किते आद व्याज बाद का भी जिक्र किया, यह भी एक दुख नहीं। सो पहला दुख जिहड़ा विछोड़े का दिता, विछोड़े का मतलब दो पहलू ला लो। संसार पद्धर से असीं सारे रहना नहीं, टब्बर बन के निखड़ जाना, एक भी विछोड़ा है। जिहड़ा बड़ा विछोड़ा है वो है असीं बार बार जमन मन के गेट च पए हैं, अपने मूल तो टुटे हुए, अपने विरसे तो टुटे हुए। साडा मूल जिहड़ा अकाल पुरख है, उहदे तो असीं टुट गए।
ਮਾਇਆ 'ਚ ਪ੍ਰਵਿਰਤ ਹੋ ਕੇ ਇਹ ਲੰਮੇ ਚੱਕਰ 'ਚ ਪੈ ਜਾਣਗੇ। ਇਸ ਕਰਕੇ ਇਹ ਸਾਰਾ ਜਿਹੜਾ ਪ੍ਰਯੋਜਨ ਹੈ ਕੀਰਤਨ ਦਾ ਤੇ ਗੁਰਬਾਣੀ ਦਾ, ਉਹ ਆਪ ਜਾਣਦੇ ਹੋ ਕਿ ਗੁਰੂ ਪਾਤਸ਼ਾਹ ਨੇ ਦੋ ਗੱਲਾਂ ਤੇ ਬਹੁਤ ਜ਼ਿਆਦਾ ਜ਼ੋਰ ਕੀਤਾ। ਇੱਕ ਤਾਂ ਗੁਰੂ ਵਾਲੇ ਬਣ ਤੇ ਬੜਾ ਜ਼ੋਰ ਦਿੱਤਾ ਹੋਇਆ। ਜਿੱਥੋਂ ਵੀ ਕੋਈ ਵੀ ਸ਼ੁਰੂ ਕਰਦੇ ਗੁਰੂ ਪਾਤਸ਼ਾਹ ਬਾਣੀ, ਉਹਦਾ ਆਖਰੀ ਜਿਹੜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਜਾਂ ਇੱਥੇ ਕਰਦੇ ਨੇ ਜਾਂ ਮਗਰੋਂ ਲਿਖਦੇ ਨੇ ਗੁਰ ਪ੍ਰਸਾਦ। ਮਤਲਬ ਇਹ ਗੱਲ ਇਹਦੇ ਵਿੱਚ ਜਿਹੜੀ ਪ੍ਰਮਾਤਮਾ ਦੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਰੱਬ ਹੈ। ਲੋਕਾਂ ਨੂੰ ਇਸ ਗੱਲ ਦਾ ਦ੍ਰਿੜਤਾ ਨਾਲ ਵਿਸ਼ਵਾਸ ਹੋਣਾ ਚਾਹੀਦਾ। ਇੱਕ ਇਹ ਤੋਂ ਗੱਲ ਸ਼ੁਰੂ ਕੀਤੀ ਹੋਈ ਹੈ। ਦੂਸਰਾ, ਉਹ ਜੇ ਹੈਗਾ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਕਰ ਸਕਦੀ। ਹੁਣ ਅੱਜ ਜਿਹੜੀ ਸਿੱਖ ਕੌਮ ਅੱਗੇ ਚੁਣੌਤੀ ਹੈ ਉਹ ਇਹ ਹੈ ਕਿ ਸਿੱਖ ਕੌਮ ਵਿੱਚ ਗੱਲ ਦਾ ਪਤਾ ਹੀ ਨਹੀਂ ਹੈ ਤੱਕ ਲੱਗਿਆ ਵੀ ਸਿੱਖਾਂ ਦਾ ਗੁਰੂ ਕੌਣ ਹੈ। ਜਦੋਂ ਕਿ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਹੀ ਸਾਰਿਆਂ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਾਂ ਹੁਕਮ ਦਿੱਤਾ ਸੀ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਜਾਂ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰਾਂ ਦੇ ਬਚਨ ਹੀ ਸਤਿਗੁਰੂ ਹਨ। ਐਸੇ ਗੁਰੂ ਪਾਤਸ਼ਾਹ ਨੇ ਸਾਨੂੰ ਸੰਦੇਸ਼ ਦਿੱਤੇ ਹੋਏ। ਹੁਣ ਜੇ ਪਤਾ ਲੱਗ ਗਿਆ ਕਿਸੇ ਨੂੰ, ਅਸੀਂ ਪੁੱਛੀਏ ਵੀ ਸਿੱਖਾਂ ਦਾ ਗੁਰੂ ਕੌਣ ਹੈ, ਇਸ ਗੱਲ ਦਾ ਪਤਾ ਭਾਰਤ ਦੇ ਸੰਵਿਧਾਨ ਨੂੰ ਹੈ, ਜਿਹਦੇ ਨਾਲ ਸਾਡਾ ਭਾਰਤ ਚੱਲਦਾ। ਕਨਸਟੀਟਿਊਸ਼ਨ ਸੰਵਿਧਾਨ ਨੂੰ ਕਹਿੰਦੇ ਅਸੀਂ, ਉਹਦੇ ਵਿੱਚ 3 ਪੁਆਇੰਟ ਦਿੱਤੇ ਹੋਏ ਨੇ। ਇੱਕ ਪੁਆਇੰਟ ਦਿੱਤਾ ਹੋਇਆ ਕਿ ਸਿੱਖਾਂ ਦਾ ਵਿਅਕਤੀਗਤ ਰੂਪ ਵਿੱਚ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਦਰਜ ਹੋਈ ਹੈ। ਦੂਸਰੀ ਇੱਕ ਗੱਲ ਉਹਦੇ ਦਰਜ ਹੋਈ ਹੈ ਜਿਹਦੇ ਤੇ ਸਾਰਾ ਭਾਰਤ ਨਿਰਭਰ ਹੈ ਉਸ ਸੰਵਿਧਾਨ ਦੇ, ਕਿ ਜਿਹੜੇ ਸਿੱਖ ਨੇ ਇਹਨਾਂ ਕੋਲ ਇੱਕ ਕਿਰਪਾਨ ਹੁੰਦੀ ਹੈ। ਸਿੱਖਾਂ ਕੋਲ ਇੱਕ ਵੈਪਨ ਹੁੰਦੀ, ਅੰਗਰੇਜ਼ੀ 'ਚ ਲਿਖਿਆ ਉਹ, ਇਹਨਾਂ ਕੋਲ ਇੱਕ ਕਿਰਪਾਨ ਹੁੰਦੀ। ਉਹ ਕਿਰਪਾਨ ਦੀ ਹੱਦ ਹੌਲੀ ਹੌਲੀ ਸਾਡੀ 9 ਇੰਚੀ ਤੱਕ ਆ ਗਈ ਤੇ 9 ਇੰਚੀ ਦੀ ਕਿਰਪਾਨ ਲੈ ਕੇ ਸਿੱਖ ਕਿਤੇ ਵੀ ਭਾਰਤ ਵਿੱਚ ਵਿਚਰ ਸਕਦਾ, ਜਹਾਜ਼ ਵਿੱਚ ਚੜ੍ਹ ਸਕਦਾ ਤੇ ਨਾਲ ਅਸੈਂਬਲੀ 'ਚ ਜਾ ਸਕਦਾ। 3.5 ਫੁੱਟੀ ਕਿਰਪਾਨ ਨਾਲ ਹੋਰ ਫੜ ਕੇ ਉਹ ਕਿਤੇ ਵੀ ਜਾ ਸਕਦਾ, ਬਜਾਏ ਜਹਾਜ਼ ਤੇ ਨਹੀਂ ਜਾ ਸਕਦਾ ਇਹ ਵੱਡੀ ਸ੍ਰੀ ਸਾਹਿਬ ਲੈ ਕੇ, ਜਾਂ ਅਸੈਂਬਲੀ 'ਚ ਨਹੀਂ ਜਾ ਸਕਦਾ। ਬਾਕੀ ਉਹ ਭਾਰਤ 'ਚ ਵਿਚਰ ਸਕਦਾ। ਹੁਣ ਇੱਕ ਪਾਸੇ ਸਿੱਖਾਂ ਨੂੰ ਹੱਕ ਮਿਲਿਆ ਕਿਰਪਾਨ ਦਾ, ਤੇ ਦੂਸਰੇ ਪਾਸੇ ਸਿੱਖਾਂ ਨੂੰ ਪਤਾ ਹੀ ਨਹੀਂ ਵੀ ਕਿਰਪਾਨ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਹੈ। ਅਸੀਂ 320 ਸਾਲ ਹੋ ਗਏ ਸਾਡੇ ਇਸ ਪੰਥ ਨੂੰ ਲੈਨਬੱਧ ਕੀਤੇ ਨੂੰ, ਨਿਯਮਬੱਧ ਕੀਤੇ ਨੂੰ, ਇਹਦੀ ਮਰਿਆਦਾ ਬਣਾਈ ਨੂੰ 320 ਸਾਲ ਹੋ ਗਏ। 320 ਸਾਲਾਂ ਤੱਕ ਹਜੇ ਤੱਕ ਪਿੰਡਾਂ ਵਿੱਚ ਲੋਕਾਂ ਨੂੰ ਨਹੀਂ ਪਤਾ ਲੱਗਿਆ ਵੀ ਸਾਡਾ ਗੁਰੂ ਕੌਣ ਹੈ। ਕੋਈ ਕਬਰ ਤੇ ਮੱਥਾ ਟੇਕਦਾ, ਕੋਈ ਕਿਸੇ ਬਾਬੇ ਕੋਲ ਕੁੜੀਆਂ ਲੈ ਕੇ ਆਉਂਦਾ, ਕੋਈ ਕਿਸੇ ਕੋਲ ਖੀਰ ਖਾਂਦਾ, ਕੋਈ ਧਾਗੇ ਤਵੀਤਾਂ ਤੇ ਵਿਸ਼ਵਾਸ ਕਰਦਾ। ਅੱਗੇ ਨਾਲ ਵੀ ਜਿਹੜੀ ਜਹਾਲਤ ਵਿੱਚੋਂ ਕੱਢਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰ ਕੇ ਇਸ ਧਰਤੀ ਨੂੰ ਪਾਗ ਲਾਏ ਹੈ, ਉਸ ਜਹਾਲਤ 'ਚ ਮੈਂ ਇਹ ਵੀ ਕਹਿ ਦਵਾਂ ਕੋਈ ਅੱਤ ਕਥਨੀ ਨੇ ਗੁਰੂ ਕੀ ਹਜ਼ੂਰੀ 'ਚ ਵੀ ਅੱਗੇ ਨਾਲ ਵੀ ਗਲਤ ਹੋ ਗਈ ਹੈ। ਤਕਰੀਬਨ ਕੁਝ ਚੰਦ ਬੱਤੇ ਨੇ ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਉਹਨਾਂ ਨੂੰ ਥੋੜਾ ਬਹੁਤ ਆਪਣੇ ਇਹਦਾ ਮਤਲਬ ਗੁਰੂ ਚਾਹੁੰਦੇ ਨੇ ਕਿ ਇਹ ਲੋਕ ਏਦਾਂ ਹੀ ਧੱਕੇ ਖਾਣ, ਫਿਰ ਉਹਨੂੰ ਇੱਥੇ ਆਉਣ ਦੀ ਕੀ ਲੋੜ ਸੀ। ਦੂਸਰੀ ਹੈ ਉਹਦੇ ਵਿੱਚ ਇੱਕ ਹੋਰ ਪੁਆਇੰਟ ਦਿੱਤਾ, ਉਹ ਇੱਕ ਪੁਆਇੰਟ ਦਿੱਤਾ ਜਿੱਥੇ ਅੱਜ ਕੌਮ ਭੱਜੀ ਹੈ ਕਿ ਜਿਹੜਾ ਵੀ ਕੋਈ ਭਾਰਤੀ ਬੰਦਾ ਜਾਂ ਬਾਹਰ ਲੱਗਦਾ ਭਾਰਤ ਵਿੱਚ ਰਹਿੰਦੇ ਹੋਏ ਸਿੱਖ ਦੀ ਕੇਸਾਂ ਦੀ, ਕਿਰਪਾਨ ਦੀ, ਦਸਤਾਰ ਦੀ ਬੇਅਦਬੀ ਕਰੇ, ਹੋਰ ਕੁਛ ਨਾ, ਚਪੇੜ ਨਾ ਮਾਰੇ, ਗਾਲ ਨਾ ਕੱਢੇ, ਇਹਨਾਂ ਕਕਾਰਾਂ ਦੀ ਬੇਅਦਬੀ ਕਰੇ, ਉਹਨੇ 2 ਸਾਲ ਬੰਦ ਕਰੋ। ਹੁਣ ਜਦੋਂ ਇਹ ਸਾਡੇ ਕਾਨੂੰਨ ਸਾਡੀ ਫੇਵਰ 'ਚ ਇੰਨੇ ਤਕੜੇ ਨੇ ਤੇ ਅੱਜ ਦਾ ਸਿੱਖ ਇਸ ਗੱਲ ਤੋਂ ਅਵੇਸਲਾ ਹੈ, ਭਾਵ ਸਾਡੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਨੂੰ 2 ਸਾਲ ਦੀ ਸਜ਼ਾ। ਦੂਸਰੇ ਪਾਸੇ ਅਸੀਂ ਪੈਸੇ ਦੇ ਕੇ 80 ਰੁਪਏ ਨਾਈ ਕੋਲੋਂ ਆਪਣੇ ਕੇਸਾਂ ਦੀ ਬੇਅਦਬੀ ਕਰਾਈ ਹੈ। ਇੱਕ ਮੈਨੂੰ ਦੁੱਖ ਹੈ ਧਾਰਮਿਕ ਜਿਹੜੇ ਆਗੂ ਨੇ ਇਹਨਾਂ ਦੇ ਵੀ ਜੇ ਆਪਾਂ ਜੇ ਉਹ ਗਲਤੀ ਕੀਤੀ ਹੋਣੀ, ਅਸੀਂ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਕਰਾਇਆ। ਜਦੋਂ ਕਿ ਗੁਰੂ ਘਰ ਵਿੱਚ ਰਹਿਤ ਮਰਿਆਦਾ 'ਚ ਦਿੱਤਾ ਹੋਇਆ ਕਿ ਕੁੜੀ ਮਾਰ, ਨੜੀ ਮਾਰ, ਸਿਰ ਗੁੰਮ ਨਾ, ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਅਨਮਤੀਆਂ ਦਾ ਆਨੰਦ ਕਾਰਜ ਰੀਤੀ ਨਾਲ ਵਿਵਾਹ ਨਹੀਂ ਪੜ੍ਹਨਾ। ਹੁਣ ਅਨਮਤੀ ਕਿਹੜੇ ਨੇ ਤੇ ਗੁਰਮਤੀ ਕਿਹੜੇ ਨੇ? ਜਦੋਂ ਸਾਡੇ ਪੁਜਾਰੀ ਵਰਗ ਨੇ ਸਾਰੇ ਕੰਮ ਕਰ ਦਿੱਤੇ, ਇਹਨਾਂ ਦੇ ਸ਼ਰਾਬੀਆਂ ਦੇ ਵਿਆਹ ਵੀ ਪੜ੍ਹ ਦਿੱਤੇ, ਆਨੰਦ ਕਾਰਜ ਵੀ ਕਰ ਦਿੱਤੇ, ਇਹਨਾਂ ਦਾ ਬੁੱਢਾ ਮਰਿਆ ਉੱਥੇ ਅਰਦਾਸ ਵੀ ਕਰਿਆ, ਉਹ ਗੁਰੂ ਵਾਲੇ ਨਹੀਂ ਹੈ, ਉਹਨਾਂ ਨਾਲ ਸਾਡਾ ਬੈਣ ਖਰੋੜ ਕਿਵੇਂ ਬਣੂਗਾ? ਇਹ ਗੱਲਾਂ ਨੂੰ ਜਦੋਂ ਪੰਥ ਨੇ ਨਹੀਂ ਗੌਰ ਵਿੱਚ ਰੱਖਿਆ ਤੇ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਉਧਰ ਨੂੰ ਤੁਰ ਗਏ। ਸਿਰਫ ਇੰਨੀ ਗੱਲ ਰਹਿ ਗਈ ਹੈ ਕਿ ਇਹਨਾਂ ਦੇ ਨਾਮ ਅਗਰ ਸਿੰਘ ਲਾ ਦੋ, ਉਹ ਵੀ ਹੁਣ ਹੌਲੀ ਹੌਲੀ ਆਉਣ ਵਾਲੇ ਬੱਚੇ ਸਿੰਘ ਸ਼ਬਦ ਤੋਂ ਡਰਦੇ ਨੇ, ਕੇਸ ਨਹੀਂ ਹੈ, ਉਹ ਆਂਦੇ ਵੀ ਸਿੰਘ ਜਿਹੜਾ ਭੈੜਾ ਲੱਗਦਾ, ਉਹ ਹੁਣ ਉਹਦੇ ਜਦੋਂ ਕਿ ਸਿੱਖ ਪੰਥ ਵਿੱਚ
ਇਹ ਬੜੀ ਭਾਰਤ ਵਿੱਚ ਪਹਿਲੀ ਵਿਸ਼ੇਸ਼ ਗੱਲ ਸੀ ਸਿੱਖਾਂ 'ਚ ਕਿ ਪਹਿਲੀ ਜਿੰਨੀ ਹਿੰਦੁਸਤਾਨੀਆਂ ਜਾਤਾਂ ਸਨ ਉਹ ਸਾਰੀਆਂ ਇਸ ਪੰਥ ਵਿੱਚੋਂ ਪੈਂਦੇ ਸਾਰ ਗੁਰੂ ਨਾਨਕ ਪਾਤਸ਼ਾਹ ਨੇ ਜਾਤਾਂ ਦਾ ਵੇਰਵਾ ਬੰਦ ਕਰ ਦਿੱਤਾ ਕਿ ਕਿਸੇ ਬੰਦੇ ਦੀ ਜੰਮਣ ਤੋਂ ਕੋਈ ਜਾਤ ਨਹੀਂ ਹੁੰਦੀ, ਮਰਨ ਤੋਂ ਬਾਅਦ ਕੋਈ ਜਾਤ ਨਹੀਂ ਹੁੰਦੀ। ਇੱਥੇ ਉਹਦੇ ਕੰਮ ਆਧਾਰ ਉਹਨੂੰ ਜਿਹੜਾ ਰਿਗਾਰਡ ਕਰਨਾ, ਉਹਨੂੰ ਸਤਿਕਾਰ ਦੇਣਾ, ਉਹਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ, ਪਰ ਉਹਦੇ ਜਾਤ ਦੇ ਤੌਰ ਤੇ ਉਹਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਅੱਜ ਤੱਕ ਸਿੱਖਾਂ ਵਿੱਚ ਇਹ ਗੱਲ ਭਾਵੇਂ ਖੜੀ ਹੈ, ਜੱਟ ਜੱਟਾਂ ਨੂੰ ਕੁੜੀ ਦਿੰਦੇ ਨੇ, ਤਰਖਾਣ ਤਰਖਾਣਾਂ ਨੂੰ ਦਿੰਦੇ ਨੇ। ਪਹਿਲਾਂ ਤਾਂ ਸਾਰੇ ਬੰਦੇ ਸਿੱਖ ਕਿਉਂ ਨਹੀਂ ਬਣੇ? ਇਹ ਬੜਾ ਵੱਡਾ ਸਵਾਲ ਹੈ। ਕੀ ਕਮਜ਼ੋਰੀ ਹੋਈ? ਕੀ ਸਾਡੇ ਪੰਥ ਵਿੱਚ ਕੀ ਕਮੀ ਸੀ ਜਿਹੜੀ ਅਸੀਂ ਇਸ ਗੱਲ ਨੂੰ ਅਡਾਪਟ ਨਹੀਂ ਕੀਤਾ? ਜਾਂ ਅਸੀਂ ਉਹਨਾਂ ਲੋਕਾਂ ਨੂੰ ਕੀ ਸਜ਼ਾ ਦਿੱਤੀ ਜਿਹੜੇ ਇਸ ਗੱਲ ਨੂੰ ਜਿਹਨੀ ਸਾਡੇ ਨਾਲ ਸਹਿਮਤੀ ਨਹੀਂ ਦਿੱਤੀ? ਜੇ ਗੁਰੂ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਨੂੰ ਕਹਿ ਸਕਦੇ ਵੀ ਜੇ ਤੂੰ ਮਿੱਟੀ ਮੁਸਲਮਾਨ ਦੀ ਥਾਂ ਬੇਈਮਾਨੀ ਬੇਟਾ ਕਹਿ ਦਿੱਤਾ ਤੇ ਤੈਨੂੰ ਹਮੇਸ਼ਾ ਵਾਸਤਾ ਸਾਡੇ ਮੱਥੇ ਨਹੀਂ ਲੱਗਣਾ। ਜੇ ਮਸੰਦਾ ਸਿੰਘਾਂ ਦੀ ਸੋਚ ਕੀਤੀ ਹੈ ਗੁਰੂ ਪਾਤਸ਼ਾਹ ਨੇ, ਚਾਹੇ ਰਾਮ ਰਾਏ ਦੇ ਮਸੰਦ ਨੇ, ਚਾਹੇ ਆਪਣੇ ਮਸੰਦ ਸੰਗਤ ਨੂੰ ਡਿਸਟਰਬ ਕਰਦੇ ਨੇ ਧਾਰਮਿਕ ਬੁਰਕੇ ਥੱਲੇ, ਉਹਨਾਂ ਨੂੰ ਵੀ ਸਜ਼ਾ ਦਿੱਤੀਆਂ। ਤੇ ਅਸੀਂ ਕੀ ਕੀਤਾ ਅਜੋਕੇ ਸਮੇਂ 'ਚ, ਜਿਹਦੇ ਕਰਕੇ ਅੱਜ ਸਾਡੇ ਕੋਲ ਬੜੀ ਦਰਪੇਸ਼ ਚੁਣੌਤੀਆਂ ਆ ਰਹੀਆਂ। ਮਰ ਕੇ ਤਾਂ ਜਿਹੜੇ ਖੂਹ 'ਚ ਪੈਣਾ ਆਮ ਬੰਦੇ ਤੇ ਇਹ ਕਹਿਣ ਲੱਗ ਪਏ ਮਰਨ ਤੋਂ ਬਾਅਦ ਹੋਣੇ ਕੱਖ ਨਹੀਂ ਜੀ, ਨਾ ਕੋਈ ਨਰਕ ਹੁੰਦਾ ਨਾ ਕੋਈ ਸਵਰਗ ਹੁੰਦਾ। ਤੇ ਉੱਥੇ ਦੁਹਾਈ ਦਿੱਤੀ ਹੈ ਨੰਗਾ ਦੋਜਕ ਚੱਲਿਆ, ਪਤਾ ਨਹੀਂ ਕੀ ਲਿਖ ਛੱਡਿਆ ਫਿਰ ਹੈ। ਤੇ ਦੂਸਰੇ ਪਾਸੇ ਜਿਹੜੇ ਗੁਰੂ ਕੇ ਲਾਲ ਨੇ, ਜਿਹੜੀ ਗੁਰੂ ਕੇ ਰਹਿਤ ਵਿੱਚ ਨੇ, ਉਹਨਾਂ ਨੂੰ ਲਿਖਿਆ ਹੋਇਆ ਰੇ ਰੇ ਦਰਗਾਹ ਕਹੇ ਨਾ ਕਹੂ ਆਓ ਬੈਠਾ ਦੱਸੋ ਜਾਊ। ਉਹਨਾਂ ਨੂੰ ਕਿਹਾ ਹਰ ਦਰਗਾਹ ਪਹਿਨਾਇਆ, ਹਰੀ ਦੀ ਦਰਗਾਹ ਉਹਨਾਂ ਦੀ ਪਹਿਨਾਇਆ, ਭਾਵ ਉਹਨਾਂ ਦਾ ਰਿਗਾਰਡ ਕੀਤਾ ਜਾਊਗਾ, ਉਹਨਾਂ ਦੀ ਇੱਜ਼ਤ ਕੀਤੀ ਜਾਏਗੀ ਸਪੈਸ਼ਲ ਤੌਰ ਤੇ। ਹੁਣ ਜਦੋਂ ਇਹ ਲੋਕਾਂ ਵਿੱਚੋਂ ਗੱਲ ਦੂਰ ਹੋਈ ਹੈ ਤੇ ਕਲਯੁਗ ਦਾ ਜ਼ੋਰ ਇੰਨਾ ਚੜ ਗਿਆ ਤੇ ਨਾ ਲੜਕੀਆਂ ਨੂੰ ਇਸ ਗੱਲ ਦਾ ਅਹਿਸਾਸ ਰਿਹਾ ਕਿ ਸਾਡਾ ਧਰਮ ਕੀ ਹੈ, ਨਾ ਅਸੀਂ ਜਿਹੜੇ ਪ੍ਰੀਚਰ ਹੈ ਗ੍ਰੰਥੀ ਸਿੰਘ ਹੈ ਉਸ ਅਸੀਂ ਗੱਲ ਨੂੰ ਸਖਤੀ ਨਾਲ ਨਹੀਂ ਲਿਆ। ਮੇਰੀ ਤਾਂ ਸੋਚ ਐਸੀ, ਜਾਂ ਮੈਂ ਮੂਰਖ ਹੈ, ਮੈਂ ਇਹ ਗੱਲ ਨੂੰ ਦਾਅਵਾ ਨਹੀਂ ਕਰਦਾ, ਪਰ ਇਹ ਦੁੱਖ ਵੀ ਜ਼ਰੂਰ ਲੱਗਦਾ ਕਿ ਕੋਈ ਕਿਸੇ ਬਾਬੇ ਕੋਲ ਚਲੇ ਗਿਆ। ਜਦੋਂ ਦੇਹਧਾਰੀ ਪ੍ਰਥਾ ਬੰਦ ਕੀਤੀ ਹੋਈ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਉਦੋਂ ਤੱਕ ਦੇਹ ਦੀ ਲੋੜ ਸੀ, ਇੱਕੋ ਹੀ ਜੋਤ ਰਹੀ ਹੈ, ਸਰੀਰ ਜ਼ਰੂਰ ਬਦਲੇ ਨੇ। ਉਦੋਂ ਪੰਥ ਦੀ ਸਿਰਜਣਾ ਕਰਨੀ ਹੈ, ਸ਼ਹੀਦੀ ਦੇਣੀ ਹੈ, ਯੁੱਧ ਕਰਨੇ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ, ਇਹ ਸਾਰੀਆਂ ਗੱਲਾਂ ਦੇਹ ਸਰੀਰ ਨਾਲ ਜੁੜੀਆਂ ਹੋਈਆਂ ਸੀ। ਪ੍ਰਚਾਰ ਕਰਨਾ ਬਾਹਰ ਨਿਕਲ ਕੇ ਦੂਰ ਤੱਕ, ਇਹ ਸਾਰਾ ਦੇਹ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਪਿਆਰਿਓ, ਜਿੱਥੇ ਅਸੀਂ ਸਮਾਗਮ ਰਚਦੇ ਹਾਂ, ਇੱਥੇ ਵੀ ਮੈਨੂੰ ਚਾਹੁੰਦਾ ਵੀ ਹਰ ਪਿੰਡ ਵਿੱਚ ਕੋਈ ਐਸਾ ਪਿੰਡ ਨਹੀਂ ਸਿੱਖਾਂ ਦਾ ਜਿੱਥੇ ਅੱਜ ਤੱਕ ਅਖੰਡ ਪਾਠ ਨਾਲ ਸਿੱਖਾਂ ਦੇ ਘਰ ਪੜਿਆ ਗਿਆ ਹੋਇਆ, ਜਾਂ ਕੋਈ ਸਮਾਗਮ ਨਾ ਰਚਿਆ ਹੋਏ, ਜਾਂ ਕੋਈ ਉੱਥੇ ਕੋਈ ਹੋਰ ਐਸਾ ਗੁਰਪੁਰਬ ਨਾ ਮਨਾਇਆ ਜਾਂਦਾ ਹੋਏ। ਇਹ ਸਭ ਕੁਝ ਕੀਤਾ ਜਾ ਰਿਹਾ, ਪਰ ਝੂਠ ਅੱਤ ਦਾ ਬੋਲਿਆ ਜਾ ਰਿਹਾ, ਬੇਈਮਾਨੀ ਕੀਤੀ ਜਾ ਰਹੀ। ਜਿਸ ਪਾਸੇ ਅਸੀਂ ਕਹਿੰਦੇ ਤੇਰੇ ਭਾਣੇ ਸਰਬੱਤ ਦਾ ਭਲਾ, ਉੱਥੇ ਅਸੀਂ ਸਗੇ ਭਰਾ ਦਾ ਬੁਰਾ ਕਰਨ ਸਿੱਧੇ ਹੋਏ ਹੋਏ। ਕਿਉਂ ਹੋਏ ਆ? ਕਿਉਂਕਿ ਸਾਡੇ ਅੰਦਰ ਅਹਿਸਾਸ ਹੀ ਨਹੀਂ ਹੈ ਕਿ ਇਹ ਅੱਗੇ ਜਾ ਕੇ ਸਾਡਾ ਕੋਈ ਲੇਖਾ ਹੋਣਾ। ਜਦੋਂ ਅਸੀਂ ਇਹ ਲੇਖੇ ਵਾਲੀ ਗੱਲ ਨਿਰਮਲ ਭਾਉ ਜਿਹੜਾ ਅਸੀਂ ਪ੍ਰਮਾਤਮਾ ਦਾ ਰੱਖਣਾ ਸੀ, ਇਹ ਸਾਡੇ ਵਿੱਚੋਂ ਕੱਢਣ ਦਾ ਯਤਨ ਕੀਤਾ ਗਿਆ ਜਾਂ ਅਸੀਂ ਆਪ ਕੱਢ ਲਿਆ, ਅੱਜ ਸਾਡੀ ਜਿਹੜੀ ਹਾਲਤ ਹੈ ਉਹ ਬੜੀ ਤਰਸਯੋਗ। ਲੜਕੀਆਂ ਦੇ ਸਾਡੇ ਸ਼ਿਕਾਰ ਹੋ ਰਹੇ ਨੇ। ਲੜਕੀ ਦਾ ਰਿਸ਼ਤਾ ਸਿੱਖ ਨੂੰ ਦੇਣਾ, ਮੁਸਲਮਾਨ ਨੂੰ ਨਹੀਂ ਦੇਣੀ। ਸਿੱਖ ਦੀ ਲੜਕੀ ਸਿੱਖ ਨੂੰ ਦੇਣੀ, ਇਹ ਆਨੰਦ ਜਿਹੜੇ ਹੈਗੇ ਸੰਸਕਾਰ। ਪਹਿਲੀ ਪੰਕਤੀ ਇਹ ਹੈ ਕਿ ਸਿੱਖ ਦੀ ਲੜਕੀ ਸਿੱਖ ਨੂੰ ਦੇਣੀ, ਬਿਨਾਂ ਜਾਤ ਪਾਤ ਗੋਤ ਵਿਚਾਰੇ। ਇਸ ਕਰਕੇ ਇਹ ਆਪ ਜੀ ਦੇ ਚਰਨਾਂ 'ਚ ਜਥਾ ਛੋਟਾ ਜਿਹਾ ਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਮਾੜਾ ਮੋਟਾ, ਪਤਾ ਨਹੀਂ ਅੱਜ ਹੈ ਕੱਲ ਨੂੰ ਕਿੱਦਾਂ ਹੋਣਾ ਇਹਦਾ, ਤੇ ਇਹ ਗੁਰੂ ਪਾਤਸ਼ਾਹ ਨੇ ਕੋਈ ਲੰਮੇ ਸਮੇਂ ਤੋਂ ਤੁਹਾਡੇ ਇਸ ਕਿਰਤੀ ਬੰਦੇ ਨੇ, ਇਹਨਾਂ 'ਚ ਕੋਈ ਸਪੈਸ਼ਲਾਈਜ਼ ਨਹੀਂ ਹੈ, ਕੋਈ ਜਿਹੜੇ ਪ੍ਰੋਫੈਸ਼ਨਲ ਨਹੀਂ ਹੈ। ਸਿਰਫ ਦਿਨੇ ਕਿਰਤ ਕਰਕੇ ਰਾਤ ਨੂੰ ਤੁਹਾਡੇ ਦਰਸ਼ਨ ਕਰਨ ਆਉਂਦੇ ਨੇ, ਤੁਹਾਡੇ ਤੋਂ ਅਸੀਸ ਲੈਣ ਆਉਂਦੇ ਨੇ ਵੀ ਮਹਾਰਾਜ ਸਾਡੀ ਬੁੱਧੀ ਠੀਕ ਰੱਖਣ, ਅਸੀਂ ਤੁਹਾਡੇ ਜਿੰਨਾ ਕੁ ਸੇਵਾ ਲਵਾਂਗੇ ਗੁਰੂ ਪਾਤਸ਼ਾਹ ਸੇਵਾ ਲੈ ਲੈਣ। ਸੇਵਾ ਦਾ ਮਤਲਬ ਇੱਕ ਸੀ ਕਿ ਆਪਾਂ ਸਾਰੇ ਸਿੱਧੇ ਹੋ ਕੇ ਖੜੇ ਹੋ ਜਾਈਏ। ਹਰ ਪਿੰਡ ਦਾ ਇੱਕ ਵਧੀਆ ਗੁਰਦੁਆਰਾ ਸਾਹਿਬ ਬਣੇ ਹੈ, ਹਰ ਪਿੰਡ 'ਚ ਗੁਰਦੁਆਰੇ ਸਾਹਿਬ ਬਣੇ, ਇੱਕ ਦੀ ਬਜਾਏ 6 ਵੀ ਬਣ ਗਏ ਨੇ, 7 ਵੀ ਬਣ ਗਏ ਨੇ। ਜਿੱਥੇ ਬਾਬੇ ਦਾ ਬਾੜਾ ਬੋਟਾ ਕੋਈ ਗੱਲ ਕੀਤੀ ਉੱਥੇ ਵੀ ਉਹਨਾਂ ਨੇ ਨਿਸ਼ਾਨ ਸਾਹਿਬ ਟੰਗ ਲਿਆ, ਨਾ ਉਹਨੂੰ ਕਿਸੇ ਨੇ ਪੁੱਛਿਆ ਵੀ ਤੈਨੂੰ ਨਿਸ਼ਾਨ ਸਾਹਿਬ ਲਾਉਣ ਦਾ ਹੱਕ ਹੈ ਕਿ ਨਹੀਂ ਹੈ। ਆ ਇੱਕ ਛੱਤ ਦੇ ਉੱਤੇ ਬਾਬਾ ਜਿਹਾ ਕੁੱਤੇ ਲੈ ਕੇ ਬੈਠਾ ਹੁੰਦਾ ਸੀ ਵਿਚਾਰਾ, ਉਹਨਾਂ ਉੱਥੇ 2-3 ਨਿਸ਼ਾਨ ਸਾਹਿਬ ਟੰਗੇ ਹੋਏ ਨੇ। ਪਰ ਜਿੱਥੇ ਮਰਜ਼ੀ ਕੋਈ ਜੋ ਮਰਜ਼ੀ ਕਰੀ ਜਾ, ਧਰਮ ਦੇ ਜਿਹੜੇ ਆਗੂ ਨੇ ਉਹ ਚੁੱਪ ਕਰਕੇ ਸੁੱਤੇ ਪਏ ਨੇ, ਪੁੱਛਦੇ ਵੀ ਨਹੀਂ ਵੀ ਇੱਥੇ ਇਹ ਚੀਜ਼ ਦੀ ਲੋੜ ਹੈ ਕਿ ਨਹੀਂ ਲੋੜ ਹੈ। ਇਸ ਕਰਕੇ ਅਸੀਂ ਤੁਹਾਡੇ ਚਰਨਾਂ 'ਚ ਇਸ ਨਿਮਰ ਦੌੜ ਬਚ ਕਰਕੇ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਕਿਵੇਂ? ਜਿਵੇਂ ਮੁਸਲਮਾਨ ਆਪਣੇ ਧਰਮ 'ਚ ਪ੍ਰਵੇਸ਼ ਲੈਂਦੇ ਸੁਨਨਤ ਕਰਾ ਕੇ, ਹਰ ਮੁਸਲਮਾਨ ਦੀ ਸੁਨਨਤ ਮੁਸਲਮਾਨਣੀ ਦੀ ਸੁਨਨਤ ਨਹੀਂ ਹੈ, ਮੁਸਲਮਾਨ ਦੀ ਸੁਨਨਤ ਹੈ ਮੁਸਲਮਾਨਣੀ ਦਾ ਕਲਮਾ ਪੜ੍ਹਨਾ ਹੈ।
हर ईसाई का पानी च गोता लेना है, ईसा ते यकीन करना, मुहम्मद ते उन्हें सिद्ध करना, उन्हें नवाजा च महब होना, उन्हें गिरजे नाल जुड़ना है, उन्हें बाइबल पढ़नी, उन्हें कुरान पढ़नी है। आप अपने धर्म ग्रंथ ने बहुत मुबारक है उन्होंने वास्ता। उन्हों का पानी च गोता लैके तोबा करनी ईसाइयों की, हिंदू का सी जनेऊ, ते सिख नूं हुक्म हो गया सी चरण पौल तो बाद पीवो पाहुल खंडे धार होए जन्म सहेल। ये गल ठीक है, गुरबाणी में पीवो पाहुल नहीं लिखिया होया, पर अमृत का जिक्र किया होया, नाल दिता होया कि अमृत एको शब्द है, नाम ही है अमृत है, पर वो नाम की पौल के जरिए आपां किवें नाम लैना, जिहड़े नाम की कमाई करके उस दरगाह च साडी राहदारी बननी है, वो नाम पंजां नूं हक दिता भी दे सकते हैं। इस करके जदों असीं इन्हां खास गल्लां वल ध्यान नहीं दिता, अज जिहड़ी कौम की हालत है बड़ी तरसजोग होई पई है। नशा सब तो ज़्यादा भार पंजाब में चलन दिया, सब तो ज़्यादा समागम भी इत्थे होए सिखां च, खंड पाठ भी पढ़े गए। हजे खंड पाठ महाराज का स्वरूप घरे ही है, जानू उत्थे डीजा लाता, गंदे गंदे गाने चोणवें लाते, असीं सारे उत्थे बैठे कुर्सियां ते खाना शुरू किया वा, कोई कुछ खा रहा कोई कुछ खा रहा। ऐसी जिहड़ी हरकत है उन्होंने कोई भी बंदे ने अगे होके ना इन्हां गल्लां नूं सोचिया नहीं गा, तो वो चुप करके अपना लपेटिया, उन्हें अपना बाजा या कुछ एक पासे निकल गया भी चलो जिद्दां हुंदा रहे। ये कुछ खास दुख वालियां गल्लां ने जिहड़ियां अरदास तुहाडे नाल साझीआं करदा। उत्थे कौम की जिम्मेवारी हर सिख की जिम्मेवारी पाई हुई है। हर सिख नूं अपनी कौम बारे पूरा नॉलेज होना, अपने धर्म बारे पूरे सिद्धांतों की बागवित होनी भी सिख का नामकरण किवें करना, उहदा अमृत संस्कार की हुंदा है, उहदा आनंद संस्कार किवें हुंदा, उहदा मृतक संस्कार की हुंदा है। जो पंथ वालों सानूं एक आदेश होया, उहदे च मुढ़ली गल हर सिख दा सवेरे उठ के 5 बाणियां पढ़ना, हर सिख दे कोल 5 कट्टे होने। चलो बिचलियां जिहड़ियां छोटी-छोटियां गल्लां ने जिहड़ी हजे तक साडे च विरोधता जी खड़ियां कीतियां होईयां ने, असीं उहनूं टच नहीं करते, पर आ गल्लां दा जुगी सन भी हर सिख पंजां प्यारे कोल पहुंच सके। हुण किहड़े पंजां प्यारे कोल पहुंच सके मैं इस पॉइंट नहीं लैंदा। मैं ये कहना भी पंजां प्यारिਆਂ कोल उन्हां दी किस तरीके नाल सदाई करके उन्हां नूं खड़ा करदे ने, किस तरीके नाल वो जिहड़े 5 प्यारे ने ਉਹ मतलब कला कला गुरु की ताब्या 4 ਸਿੰਘ खड़ के 5वें ਸਿੰਘ की सुधाई करनगे भी तू गुरु की हजूरी च तेरा गुरु पातशाह के अमृत संचार में तेरी जिम्मेवारी लगन लगी है, तू अपनी रहतां च पक्का आ, नितनेम च अपना खंजाया तो नहीं है, उन्होंने प्रण लेना पैंदा गुरु की हजूरी च। इस तरीके उन्होंने सुधाई करके फिर क्रिया शुरू होती है, और वो फिर किमें 5 बाणियां पढ़नियां, किस तरीके उन्हें सिटिंग लैनी है उन्हें 5 प्यारिਆਂ ने, उस टाइम उन्होंने किहड़ी यूनीफॉर्म होनी जरूरी है, उस टाइम उन्होंने अखां किथे, ये हर एक पूरे का पूरा कंसैप्ट पंथ वालों तैयार किया गया सी, जिहड़ा हौली हौली सिक्के ते टंगिया गया, कोई किसी पासे तुर गया कोई किसी पासे तुर गया। जो कौम की कोई दुख की गल आनी है तो कुछ बंदे जिहड़े है वो मैं उन्होंने भी देखदा, आ जिहड़े नौजवान मुंडे इन्हां 'च लंगर वरताउण की रुचि हैगी, पर लंगर वरताउण की रुचि जे हैगी है तो इन्होंने सिੱਖੀ धारण करने की रुचि क्यों नहीं आई है इन्हां 'ਚ? उस गल नूं असीं क्यों नहीं डिटेल च लिया कि जे उन्हां दा हर बंदे की सुनत होगी तो उन्हां दा हर बंदा पानी च गोता लाऊगा, इन्हां दा सवा मन जनेऊ लत्तदा रहा, हर बंदा जनेऊ पाऊगा, जनानी नूं जनेऊ नहीं पाया जाऊगा, बंदे नूं जनेऊ पाया जाऊगा। इसे तरीके नाल हर लड़की पहला भारत का धर्म है, कौम है जिथे जनानी नूं बराबरता दे के थल्लों चुक के बराबर लिया के जनानी भी जो कृपान पाऊगी, वो भी जे सिर से दस्तार सजानी तो दस्तार सजाऊगी, वो युद्ध करना तो युद्ध करूगी, हुक्मनामा लाना तो हुक्मनामा लाऊगी, कीर्तन करना तो कीर्तन करूगी। उन्हें बराबरता दी हुई है इस पंथ विच। हुण जो जनानी फिर कृपान पाना नहीं पसंद करते, मुंडे कृपान पाना नहीं पसंद करते, मैनूं खदशा आया कि हौली हौली सरकार तुहाडे कोले कानून लै लूगी भी इन्हां नूं कृपान की हुण लोड़ नहीं, एवं तुसीं इन्हां नूं दित्ता वा कानून कीता काहते लिखता वा? जे तुसीं 60 ਦੇ 60 बंदे पंजाब के सारे पौलधारी हुंदे, कोई बंदा नशा ना पींदा, कोई बंदा झूठ ना बोलदा, भै हुंदा कि उत्थे सच्चे ही सच निबड़े दी दरगाह आनी है जिथे करमी होए विचार का एक फैसला दिता गुरु पातशाह ने। ये गल्लां ध्यान च रखते हुए असीं एक दूजे के सहयोगी होकर चलते, ये कौम नूं अगे लैके चलते, हर बच्चे नूं सिख धर्म बारे जानकारी देनी माँ प्यो तो शुरू होंदी, रहती खुदी ग्रंथी सिंह दिंदा, उहदी जिम्मेवारी सी कि बच्चे नूं जे उहदे अंदर रुचि है तो उहदा मेन पॉइंट यह है कि वो सिखां विच सिੱਖੀ नूं परपक्क करना होना, ਉਹਦੀ ਆਪਣੀ ਸਿੱਖੀ ਪਰਪੱਕ ਹੋਣੀ ਹੈ ਤੇ ਉਹਨੇ ਬਾਕੀ ਪਿੰਡ ਵਿੱਚ ਸਿੱਖੀ ਪਰਪੱਕ ਕਰਨੀ। ਉਹ ਵਧੀਆ ਗ੍ਰੰਥੀ ਸਿੰਘ, ਉਹਦੀ ਚੰਗੀ ਤਨਖਾਹ ਦਿੱਤੀ ਜਾਂਦੀ, ਉਹਦੀ ਚੰਗੀ ਇੱਜ਼ਤ ਹੁੰਦੀ। ਪਹਿਲੀ ਇੱਜ਼ਤ ਗੁਰਦੁਆਰੇ ਸਿੱਖਾਂ ਦੇ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗ੍ਰੰਥੀ ਸਿੰਘ ਦੀ ਹੁੰਦੀ, ਰਾਜੇ ਵਜ਼ੀਰ ਦੀ। ਦੂਸਰੀ ਇੱਜ਼ਤ ਜਿਹੜੀ ਸਰਪੰਚ ਦੀ ਹੁੰਦੀ, ਜਿਹੜਾ ਬਣਿਆ ਸੀ
ਮੀਰੀ ਦਾ ਸੂਚਕ ਪੀਰੀ ਸੀ ਗੁਰੂ ਸਾਹਿਬ ਕੋਲ। ਇਸ ਕਰਕੇ ਜਦੋਂ ਇਹ ਕੌਮ ਨੇ ਇਹ ਗੱਲਾਂ ਨਹੀਂ ਚੁੱਕੀਆਂ ਪਿਆਰਿਓ, ਤੇ ਫਿਰ ਅੱਜ ਜਿਹੜੀ ਹਾਲਤ ਹੈ ਉਹ ਬੜੀ ਤਰਸਯੋਗ ਹੈ। ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ, ਮੁੰਡੇ ਸਮੈਕ ਲੈਣ ਲੱਗ ਪਏ ਹੈ, ਕੋਈ ਕੈਪਸੂਲ ਖਾਣ ਡਿਆ, ਜਰਦੇ ਤੱਕ ਸਿੱਖ ਲੈਣ ਦੇ ਨੇ, ਬੀੜੀਆਂ ਖਾ ਉਹਨਾਂ ਨੂੰ ਕੁੜੀਆਂ ਵੀ ਦੇਈ ਜਾਂਦੇ ਆ। ਬੁਰੀ ਹਾਲਤ ਹੋ ਗਈ ਹੈ ਉਹਨਾਂ ਦੀ, ਅਸੀਂ ਸਾਰੇ ਕਾਰਜ ਵੀ ਕਰੀ ਜਾਂਦੇ ਆ ਧਰਮ ਦੇ। ਕੀ ਇਹ ਗੁਰੂ ਪਾਤਸ਼ਾਹ ਦੀ ਅਸੀਂ ਸੋਚ ਸੀ? ਇਸ ਕਰਕੇ ਜਿੱਥੇ ਪੰਥ ਵਿਸ਼ੇਸ਼ ਸੀ, ਸਰਬੱਤ ਦੇ ਭਲੇ ਦੀ ਗੱਲ ਸੀ, ਜਿੱਥੇ ਇੱਕ ਉੱਚਾ ਸਭ ਤੋਂ ਉੱਚਾ ਧਰਮ ਦਾ ਨਿਸ਼ਾਨ ਸਿੱਖਾਂ ਦਾ ਹੋਏ, ਖੰਡਾ ਲੱਗਿਆ ਹੋਇਆ ਉੱਚਾ ਜਾ ਕੇ ਪਿੰਡ ਵਿੱਚ ਦੂਰੋਂ ਲੱਭਦਾ ਹੋਇਆ, ਤੇ ਉੱਥੇ ਸਿੱਖਾਂ ਦੀ ਸ਼ਕਲੋ ਸੂਰਤ ਗਮ ਹੋ ਗਈ ਹੋਏ, ਕਿਹਦੀ ਜ਼ਿੰਮੇਵਾਰੀ ਸੀ? ਝੂਠੇ ਪਰਚੇ ਦਰਜ ਹੁੰਦੇ ਹੋਣ, ਕੀ ਅਸੀਂ ਗੁਰਦੁਆਰੇ ਬਹਿ ਕੇ ਫੈਸਲਾ ਨਹੀਂ ਸੀ ਕਰ ਸਕਦੇ? ਕਿ ਸਾਨੂੰ ਗੁਰੂ ਦਾ ਕੋਈ ਡਰ ਨਹੀਂ ਸੀ? ਛੱਡ ਛਡਾਈ ਦੇ ਕੇਸ ਇਹਨਾਂ ਦੇ ਜ਼ਿਆਦਾ ਲੱਗੇ ਹੋਣ, ਰਿਸ਼ਤੇ ਕਰਨ ਦੀ ਬੜੀ ਦਿੱਕਤ ਆ ਗਈ ਕੁੜੀਆਂ ਦੀ, ਕੁੜੀਆਂ ਨਸ਼ਿਆਂ ਤੋਂ ਮਾੜੀਆਂ ਮੋਟੀਆਂ ਪਿੰਡਾਂ ਦੀਆਂ ਬੱਚੀਆਂ, ਤੇ ਸਭ ਤੋਂ ਜ਼ਿਆਦਾ ਆਬਾਦੀ ਸਾਡੀ ਪਿੰਡਾਂ 'ਚ ਬੈਠੀ ਹੈ, ਤੇ ਫੈਸ਼ਨ ਨੂੰ ਅੱਗ ਲੱਗੀ ਪਈ ਹੈ। ਅੱਗੇ ਮਹਿੰਗਾਈ ਨਾਲ ਲੱਕ ਤੋੜਨਾ, ਆਮਦਨਾਂ ਸਾਡੀਆਂ ਥੱਲੇ ਜਾਣੀਆਂ, ਸਰਕਾਰਾਂ ਸਾਡੇ ਕਚੂਮਰ ਕੱਢਣ ਬੈਠੀਆਂ ਨੇ। ਜੇ ਅਸੀਂ ਇਕੱਠੇ ਸਬੂਤ ਦੇਵਾਂਗੇ, ਜਿੱਦਾਂ ਹੁਣ ਕੁਝ ਵੀਰ ਮੇਰੇ ਇਕੱਠੇ ਹੋ ਕੇ ਬੈਠੇ ਨੇ, ਉਹਦਾ ਕੁਛ ਨਾ ਕੁਛ ਸਾਰੇ ਵਰਲਡ ਵਿੱਚ ਤੁਹਾਡਾ ਕੋਈ ਐਮਜ ਗਿਆ, ਪਰ ਮੇਰਾ ਕੋਲ ਨਹੀਂ ਸਿਹਤ ਇਜਾਜ਼ਤ ਦਿੰਦੀ, ਮੇਰਾ ਜੀ ਕਰਦਾ ਵੀ ਉਹਨਾਂ ਨੂੰ ਘੱਟੋ ਘੱਟ ਇਹ ਤਾਂ ਕਹੀਏ ਵੀ ਤੁਸੀਂ ਘੱਟੋ ਘੱਟ ਜਿਹੜੇ ਬੰਦੇ ਹੋ, ਹਿੰਦੂ ਜਿਹੜੇ ਇੱਥੇ ਇਕੱਠੇ ਹੋਏ ਹੋ ਮੇਰੇ ਵੀਰ, ਸਾਰੇ ਹਿੰਦੂ ਬਣੋ, ਤੇ ਸਿੱਖ ਸਾਰੇ ਨਸ਼ੇ ਪੱਤੇ ਛੱਡੋ, ਹਿੰਦੂ ਵੀ ਨਸ਼ੇ ਪੱਤੇ ਛੱਡੋ। ਹਿੰਦੂ ਧਰਮ ਵਿੱਚ ਨਸ਼ਾ ਲੈਣਾ ਜਾਇਜ਼ ਨਹੀਂ ਹੈ, ਸਿੱਖ ਧਰਮ ਵਿੱਚ ਨਸ਼ਾ ਲੈਣਾ ਜਾਇਜ਼ ਨਹੀਂ ਹੈ। ਧਰਮ ਕਹਿੰਦਾ ਨਸ਼ਾ ਨਹੀਂ ਲੈਣਾ, ਤੇ ਸਰਕਾਰ ਕਹਿੰਦੀ ਨਸ਼ਾ ਵੇਚਣਾ ਹੈ। ਉਹ ਹਿੰਦੂ ਸਰਕਾਰ ਹੈ, ਇੱਥੋਂ ਦੀ ਸਾਡੀ ਸਿੱਖ ਸਰਕਾਰ ਬਣੀ ਹੋਈ ਹੈ, ਸ਼ੁਰੂ ਤੋਂ ਸਿੱਖ ਸਰਕਾਰ ਬਣੀ ਰਹੀ ਇੱਥੇ, ਤੇ ਨਸ਼ਾ ਖੁੱਲੇ ਤੌਰ ਤੇ ਵੇਚਿਆ। ਜਿਹੜੇ ਨਸ਼ੇ ਅਵਾਇਡ ਕੀਤੇ ਹੈ ਪੰਜਾਬ ਵਿੱਚ ਨਹੀਂ ਵਿਕ ਸਕਦੇ, ਉਹ ਵੀ ਵਿਕ ਰਹੇ ਨੇ। ਜਿਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਬੰਨ੍ਹ ਦਿੱਤਾ ਜਾ ਸਕਦਾ, ਜੇਲੇ ਸੁੱਟਿਆ ਜਾ ਸਕਦਾ, ਨਸ਼ਾ ਤਸਕਰ ਨੂੰ ਵੇਚਣ ਵਾਲੇ ਉਹ ਸ਼ਰੇਆਮ ਵੇਚ ਰਹੇ ਨੇ, ਇਹਨਾਂ ਨੂੰ ਸਾਰੀ ਗੱਲ ਦਾ ਪਤਾ। ਇਸ ਕਰਕੇ ਅਸੀਂ ਜ਼ਿਆਦਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਜਿਹੜੇ ਸਾਡੀ ਰਹਿਤ ਮਰਿਆਦਾ, ਉਹ ਹਰ ਸਿੱਖਾਂ ਦੀ ਬੇਟੀ ਨੂੰ ਤੇ ਬੇਟੇ ਨੂੰ ਪਤਾ ਹੋਣਾ ਚਾਹੀਦਾ। ਉਹਦੇ 'ਚ ਜਿਹੜੀ ਕੋਈ ਆਪੋ ਜੀ ਪੰਥ ਵਿਰੋਧਤਾ ਆ, ਉਹ ਸਰਕਾਰ ਨੂੰ ਛੇੜੋ ਨਾ। ਮਾਸ ਖਾਣਾ, ਖਾਣੇ ਨਹੀਂ ਖਾਣਾ, ਨਹੀਂ ਖਾਣਾ, ਇਹ ਗੱਲਾਂ ਉਹਨਾਂ ਨਾਲ ਛੇੜੋ। ਉਹ ਆਪਣੀ ਆਪਣੀ ਤੁਹਾਡੀ ਜਿੱਦਾਂ ਦੀ ਸੋਚ ਹੈ, ਮੈਂ ਹਜੇ ਉਸ ਦਾ ਪੰਥ ਦਾ ਮਸਲੇ ਹੁੰਦੇ ਨੇ। ਹੋਰ 5 ਕੱਕੇ ਦਾ ਰੱਖੋ, ਇੱਕ ਦੂਜੇ ਨੂੰ ਫਤਿਹ ਦਾ ਬੁਲਾਓ, ਸਵੇਰੇ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਆਓ, 5 ਬਾਣੀਆਂ ਤੇ ਪੜੋ, ਸ਼ਾਮ ਨੂੰ 2 ਬਾਣੀਆਂ ਤੇ ਕਰੋ, ਤੇ ਨਾਲ ਨਾਲ ਮੂਲ ਮੰਤਰ ਗੁਰ ਮੰਤਰ ਦਾ ਜਾਪ ਤਾਂ ਕਰੋ, ਤੇ ਨਸ਼ੇ ਤਾਂ ਛੱਡੋ, ਝੂਠ ਤਾਂ ਬੰਦ ਕਰੋ, ਹੱਕ ਹਲਾਲ ਦੀ ਕਮਾਈ ਤਾਂ ਖਾਓ, ਕਿਸੇ ਵੀ ਕਬਰ ਮੜੀ ਮਸਾਣ ਦੀ ਪੂਜਾ ਤਾਂ ਨਾ ਕਰੋ। ਇੱਥੇ ਬਖਸ਼ੀਵਾਲ ਦੀ ਐਡੀ ਮੈਂਸ਼ਨ ਹੋਈ ਹੈ ਕਬਰ, ਉੱਥੇ ਫਨੂਸ ਆਏ ਨੇ, ਕੌਣ ਜਾਂਦਾ? ਉਹ ਬੰਦੇ ਜਾਂਦੇ ਨੇ ਜਿਹੜੇ ਆ ਮੇਰੇ ਵੀਰ ਨੇ, ਜਿਹੜੇ ਸਰਪੰਚ ਸਾਹਿਬ ਰਾਏ ਨਿਹੰਗ ਸਿੰਘ ਜੀ, ਇਹ ਤਾਂ ਨਹੀਂ ਜਾਣਗੇ ਕਿਤੇ ਵੀ, ਇਹ ਕਬਰ ਤੇ ਨਹੀਂ ਜਾਣਗੇ। ਜਾਊਗਾ ਕੌਣ? ਜਿਨ੍ਹਾਂ ਨੂੰ ਗੁਰੂ ਦਾ ਪੱਖ ਨਹੀਂ ਲੱਗਿਆ, ਉਹਨਾਂ ਨੂੰ ਪੰਜਾਂ ਪਿਆਰਿਆਂ ਨੇ ਆਦੇਸ਼ ਨਹੀਂ ਕੀਤਾ। ਮੈਂ ਉਹ ਵੀ ਦੇਖਦਾ ਜਿਹੜੇ ਪੰਜਾਂ ਪਿਆਰਿਆਂ ਕੋਲ ਹੋ ਕੇ ਬੀਬੀਆਂ ਕਿਰਪਾਨਾਂ ਪਾ ਕੇ ਵੀ ਚਲੇ ਗਈਆਂ, ਉਹਨਾਂ ਤੇ ਵੀ ਅਸੀਂ ਕੋਈ ਪਾਬੰਦੀ ਨਹੀਂ ਲਾਈ। ਜਾਂ ਉਹਨਾਂ ਨੂੰ ਅਸੀਂ ਕੋਈ ਪਿੰਡ ਵਿੱਚ ਐਸਾ ਪਿੰਡ, ਮੈਂ ਤਾਂ ਪਿੰਡ ਲੈਵਲ ਨੂੰ ਕੀਤਾ ਜਾਏ, ਪਿੰਡ ਵਿੱਚ ਜਿਹੜੇ ਬੰਦੇ ਗਲਤ ਕੰਮ ਕਰਦੇ, ਅਸੀਂ ਪਿੰਡ ਦੇ ਲੋਕ ਉਹਨਾਂ ਨੂੰ ਘੇਰੀਏ, ਉਹਨਾਂ ਵੀ ਤੁਸੀਂ ਸਾਡੇ ਪਿੰਡ 'ਚ ਕੰਮ ਕਿਉਂ ਕਰਦੇ ਗਲਤ ਕੰਮ? ਪੁਲਿਸ ਨਾਲ ਤਾਂ ਕਰ ਲਿਆ, ਜੋ ਚੰਦ ਚਾੜਨੇ ਉਹਦੇ ਚਾੜ ਦਿੱਤੇ। ਜੇ ਪੁਲਿਸ ਰੋਕਣਾ ਚਾਹੁੰਦੀ ਤਾਂ ਸਭ ਕੁਝ ਕਰਦੀ, ਰੋਕਿਆ ਨਹੀਂ, ਉਹਨੇ ਕੁਛ ਵੀ ਕੀਤਾ। ਹੁਣ ਤੁਸੀਂ ਅੱਗੇ ਸੋਚਣਾ ਵੀ ਅਸੀਂ ਕਿੱਧਰ ਨੂੰ ਚੱਲਣਾ। ਇੱਕ ਨਿਆਣਾ ਰਹਿ ਗਿਆ, ਇਹ ਨਹੀਂ ਵੀ ਤੁਹਾਡੇ 6 ਨਿਆਣੇ ਰਹਿ ਗਏ। ਕੌਮ ਦੀ ਕੁਆਂਟੀਟੀ ਐਂਡ ਕੁਆਲਿਟੀ ਦੀ ਲੋੜ ਹੁੰਦੀ ਹੈ। ਇਸ ਕਰਕੇ ਦਾਸ ਬੇਨਤੀ ਕਰਦੇ ਹੈ ਵੀ ਸਭ ਤੋਂ ਉੱਚਾ ਧਰਮ ਦਾ ਨਿਸ਼ਾਨ ਤੁਹਾਡੇ ਕੋਲ, ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿੱਥੇ ਗ੍ਰੰਥ ਨੂੰ ਗੁਰੂ ਬਣਾਇਆ। ਅੱਜ ਤੱਕ ਕਿਸੇ ਕੌਮ ਵਿੱਚ ਗ੍ਰੰਥ ਨੂੰ ਗੁਰੂ ਨਹੀਂ ਬਣਾ ਦਿੱਤਾ, ਇਹ ਦਰਜਾ ਨਹੀਂ ਦਿੱਤਾ ਗਿਆ ਪੈਗੰਬਰ ਦਾ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਭਾਰਤ ਦੀ ਪਹਿਲੀ ਕੌਮ ਹੈ ਜਿੱਥੇ ਜਾਤ ਪਾਤ ਤੋਂ ਉੱਪਰ ਉਠਾਇਆ ਗਿਆ। ਭਾਰਤ ਦੀ ਪਹਿਲੀ ਕੌਮ ਹੈ ਜਿੱਥੇ ਇੱਕ ਦੀ ਪੂਜਾ ਤੇ ਨਿਰਭਰ ਕੀਤਾ, 33 ਕਰੋੜ ਦੇਵਤਿਆਂ ਦੀ ਪੂਜਾ ਬੰਦ ਕੀਤੀ ਹੈ। ਗ੍ਰਹਿ ਛਤਰਾਂ ਦੀ ਬਾਜ਼ਾਰ ਤੋਂ ਉੱਪਰ ਚੁੱਕਿਆ ਸਿੱਖ ਨੂੰ। ਅੱਜ ਉਹੀ ਸਿੱਖ ਹੌਲੀ ਹੌਲੀ ਉਸੇ ਦਲ 'ਚ ਘੁਸਦਾ ਉਧਰ ਨੂੰ ਤੁਰਿਆ ਜਾਣ ਡਿਆ। ਉਹ ਅੱਗੇ ਚਾਹੁੰਦੇ ਨੇ, ਸਮਾਗਮ ਵੀ ਕਰੀ ਜਾਂਦੇ, ਅਸੀਂ ਸਾਰਾ ਕੁਝ ਕਰੀ ਜਾਂਦੇ, ਆਂਦੇ ਪਾਸੇ ਡੀਜਾ ਲੱਗਿਆ ਵਾ, ਉੱਥੇ ਪਤਾ ਨਹੀਂ ਕੀ ਗੰਦ ਚੱਲਣ ਡਿਆ, ਇੱਧਰ ਅਸੀਂ ਆਪਣੇ ਗੁਜਾਰਨ ਡੇ। ਕੋਈ ਨਿਜ਼ਾਮ ਨਹੀਂ ਚਾਹੀਦੀ, ਕਿਸੇ ਨਿਯਮ ਵਿੱਚ ਸਾਰੀ ਗੱਲ ਚੱਲਦੀ ਹੈ, ਬਿਨਾਂ ਨਿਯਮ ਤੋਂ ਕੋਈ ਕੰਮ ਨਹੀਂ ਚੱਲਦਾ। ਇਸ ਕਰਕੇ ਪਿਆਰਿਓ, ਅਸੀਂ ਜ਼ਿਆਦਾ ਇਸ ਗੱਲ ਤੇ ਜ਼ੋਰ ਦਿੱਤਾ
हर कौम में दो लोग बैठे ने, एक अमीर तो अमीर बैठा, एक गरीब तो गरीब बैठा। जिथे अमीरी गरीबी है हर कौम में, उत्थे दुख ते सुख भी हर कौम में है। जिथे दुख सुख ने उत्थे मान ते अपमान भी कौम में। कोई बंदे इज्जत ਲਈ बैठे ने, कई बेचारे जेलों च दिते ने, फाहे दिते ने, पढ़े लिखे चंगे विद्वान बंदे जेल च दिते ने, जिन्हां दा कोई कसूर नहींगा, उहदी बेइज्जती हो रही है, उन्होंने हथ कड़ियां ला के बेड़ियां पा के बाहर कढ़िया जा रहा। दूजा बंदा बदमाश है, वो बाहर तुरिया फिरदा नाल बॉडीगार्ड लैके। सानूं कोई दुख नहींगा। इत्थे इस धरती ते इज्जत भी है ते बेइज्जती भी है। हर बंदा इज्जत चाहता, हर बंदा अमीरी चाहता, हर बंदा सुखी चाहता, हर बंदा जीना चाहता। जिथे जीवन है उत्थे मौत है। इत्थे दी निजावली है धरती दी, मौत तो बाद परलोक है। इस करके अज सानूं इन्हां गल्लां नूं समझण दी अत लोड़ सी। इन्ने बजुर्गों ने कुर्बानियां दे के साडे तक हुण आ महीना साडा शुरू होना जिहड़ा है, इह सब तो ज़्यादा साडा शहीदियां दा महीना आना। की पिंडां दे ओही लोग शराब पींदे होंदे ने, उधर साहिबजादे दा नींह च चुणन दा टाइम आया हुंदा, उधर ठेके ते बैठे हुंदे ने, एक राई दी दुकान ते बैठा। इन्हां की दुख है इन्हां लोकां नूं? असीं जदों इन्हां नूं धर्म तो दखेड़िया ही नहीं, इन्हां दे सारे काम कर दित्ते, इन्हां तो अहसास ही नहीं होण दित्ता सी कि तुसीं किसे पासे खूह च पैण डे। इस करके उन्होंने जिम्मेवारी निभा गए, असीस दे के निभा गए, कुर्बानियां दे के निभा गए, धर्म के सिद्धांत बन के साढ़े तक पहुंचा देने। ऐसे औखे समय में बड़ी बड़ी गल सी। अज थोड़े मोढियां ते सारी सिक्खी का भार पिया, चाहे इन्हूं चुक लो, तो मैं नहीं कहूँगा इन्हूं सुट दो, मैं तो कहूँगा इन्हूं चुको, देर ना करो, न विलंब धर्मम विलंब पापम। धर्म के काम काज तां देरी नहीं करनी, पाप कर्म को देरी करो, पता नहीं कोई आके तुहानूं रोक दे। इस करके एक वधिया गुरुद्वारा साहब इत्थे गरीब अमीर के आनंद कारज जो रहत मर्यादा च लिखे उदां ही कोई सिटक भी खड़े होकर खाना शुरू कर दिता। हद हो गई। गुरुद्वारे मैं इत्थे कई गुरुद्वारे देखने लग पिया, उत्थे मेज लाते, उत्थे कुर्सियां लातियां, उन्हें इनकम ऑफ सोर्स बना लिया भी ब्याह वाले बंदियां को असीं इन्ने पैसे ले लवांगे, चलो पैसे च नहीं गए। मैनूं कोई दुख नहीं, जे गुरुद्वारे च आए तो उत्थे शराब पी के बंदा नहीं आऊगा, डीजा नहीं बजूगा, लंगर छक गए। पर आपको लंगर की तरतीब तो बना के रखी है भी गुरु घर का जिन्ना भी लंगर है वो सारा सिटिंग च हुंदा, बैठ के छकना, अरदास करके लंगर खोलना, लंगर तो बाद फिर अरदास मजती करनी है सुख शांति की। कुछ सिद्धांत होंदे ने, जदों असीं हौली हौली उन्हां सिद्धांतां नूं छड्ड जावांगे ते साडे बच्चे ही साडे ते सवाल करनगे भी आ जिहड़ा मामा शराबी तुरिया आण डिया साडे घर किवें तुरिया आण डिया, जे इह केस कट्टे है तो मैं भी केस कर सकदा। फिर बापू ये कौन हुंदा मामा मेरा, ये हिंदू हुंदा कि मुसलमान हुंदा? उत्थे असीं कोई जवाब नहीं दे सकता। ये कौन मासी मासड़ तुरिया फिर दिया, तू यानी मासी है, मेरी मासी है, मासड़ है। मासी ना बुल बड़े रंगे है, उत्ते पाए टॉक्सियां पाइयां, पर भट्टे कटाए है, केस कतल किए है। ये मासी किदा ते मेरी मम्मा ने क्यों नहीं किया? किसे खूह च पैण लगे है। गुरु ऐदा दा भोला आया भी थोड़ियां इन्हां गल्लां च रीझ जाऊगा। वो एक सिद्धांत का पुजारी है। उस गुरुद्वारे में नहीं सारे सवेरे सिटिंग हो, सारे जी आने गुरुद्वारे, जिन्हों मर्जी वोट पाओ, जिन्हों मर्जी ना पाओ, थोड़े तो अगा विजय दिता गया की वार्ता, थोड़िया वोटा ने तुहानूं की देता। लड़ाइयां थोड़ियां वाधू होण लईआं ने, झूठे तुसीं परचे दर्ज करा रहे हैं, झूठियां गवाहियां मूँह चुक के इत्थे देण डे कोर्ट च। तुसीं पिंड विच जिहड़ी कुड़ी छड्डी जांदी ਉਹਦੇ कदे घर घेरिया भी ਅਸੀਂ ਵੀ तेरे नाल पग बन के गए सी, ਉਹ ਜਦੋਂ ਵਿਆਹ ਨੂੰ ਤੁਰਿਆ ਸੀ, ਅਸੀਂ ਤੇਰੇ ਨਾਲ ਚੜੇ ਆ, ਤੂੰ ਹੁਣ ਸਾਨੂੰ ਛੱਡ ਪੁੱਛ ਕੇ ਛੱਡਣ ਲੱਗਿਆ, ਕਾਹਦੇ ਲਈ ਛੱਡਣ ਲੱਗਿਆ? ਅੱਜ ਤੂੰ ਇਹਨੂੰ ਛੱਡਣਾ, ਕੱਲ ਨੂੰ ਮੇਰੀ ਛੱਡੀ ਹੋਗੀ। ਕੁਝ ਕਰਨਾ ਚਾਹੀਦਾ ਸੀ ਤੁਹਾਨੂੰ, ਔਰ ਤੁਹਾਨੂੰ ਆਪ ਹੀ ਸਾਰੇ ਗੱਲ ਸੋਚਣੀਆਂ ਚਾਹੀਦੀਆਂ ਸੀ, ਇਹ ਤੁਹਾਨੂੰ ਵਿਚਾਰ ਮਿਲਣੀ ਚਾਹੀਦੀ ਸੀ। गुरुद्वारे च मिर्ग भोग, उत्थे दी लंगर हाल, उहदी वरतों, उहदे बर्तन, उत्थे पिंड दे 10 मुंडे जिहड़े ट्रेंड होण, लंगर आप तैयार कर, जिहड़ा असीं पैसा किसी होर नूं देना वो अपने पिंड दे पैसा पिंड विच रखिया जाए, पिंड दी गोल विच पैसा पा के पिंड दी लोड़वंदियां दी मदद कीती जाए। गुरु की गोलक गरीब दा मूँह, भावे जिहड़ी गोलक है यह गरीब दा मूँह जिहड़ा वो गुरु दी असली गोलक है। ये तां साडा पैसा इकट्ठा करन दा साधन है। ਜਿਹੜੀ ਸਿਧਾਂਤਕ ਤੌਰ ਤੇ ਸਿੱਖਾਂ ਦੀਆਂ ਗੱਲਾਂ ਸਨ, ਉਹ ਉਹਨਾਂ ਦੀ ਸਾਨੂੰ ਅੱਜ ਲੋੜ ਹੈ। ਇਹਨਾਂ ਦੀ ਖੰਡ ਪਾਠਾਂ ਦੀ ਜਾਂ ਇਹਨਾਂ ਚੀਜ਼ਾਂ ਦੀ ਜਿੱਥੇ ਲੋੜ ਹੈ, ਉੱਥੇ ਸਾਨੂੰ ਸਭ ਤੋਂ ਪਹਿਲਾਂ ਸਿੱਖ ਬਣਨ ਦੀ ਲੋੜ ਹੈ, ਤਾਂ ਕਿ ਸਾਡੇ ਅੰਦਰ ਸਿੱਖੀ ਦੇ ਪ੍ਰਭਾਵ ਸ਼ੁਰੂ ਹੋਣ।
ਅਸੀਂ ਨਿਤਨੇਮ ਤੋਂ ਬਿਨਾਂ ਖਾਣਾ ਨਾ ਖਾਈਏ, ਬਿਨ ਜਪ ਜਾਪ ਜੋ ਜਿਵੇਂ ਪ੍ਰਸਾਦ ਦਿਸ਼ਟਾ ਕਾ ਕੀੜਾ ਹੋਏ ਜਨਮ ਗਵਾਵੇ ਬਾਅਦ, ਕੁਛ ਨਾ ਕੁਛ ਤਾਂ ਅਸੀਂ ਸੋਚੀਏ। ਇਸ ਦੇ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਗੁਰੂ ਪਿਆਰਿਓ ਪਾਤਸ਼ਾਹ ਰਹਿਮਤ ਕਰ, ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦਿਓ। ਬੱਚੇ ਨਕਲਾਂ ਮਾਰਦੇ ਨੇ, ਕੋਈ ਬੰਦਾ ਠੇਕੇ ਵੱਲ ਤੁਸੀਂ ਮੂੰਹ ਨਾ ਚੱਕਦੇ, ਠੇਕਾ ਚੱਲ ਨਹੀਂ ਸਕਦਾ, ਨਾ ਜੋੜੇ ਚੱਲ ਸਕਦਾ ਸੀ। ਇੱਥੇ ਅਮੀ ਪਰ ਵੀ ਮੇਰੇ ਕੋਲ ਖੋਲਿਆ ਵਾ, ਤੁਸੀਂ ਨਾ ਉਧਰ ਨੂੰ ਮੂੰਹ ਚੁੱਕਦੇ ਤੇ 15 ਦਿਨਾਂ ਚ ਠੇਕੇ ਵਾਲਾ ਚੁੱਕ ਕੇ ਸਾਰਾ ਇੱਥੋਂ ਚਲੇ ਜਾਂਦਾ। ਪਰ ਇੱਥੇ ਤਾਂ ਮੁਸ਼ਕਿਲ ਇਹ ਹੈ ਵੀ ਪਿੰਡ ਚ ਕੱਢਣ ਦੇ ਲੋਕ। ਅੱਜ ਜੋੜੇ ਜਾ ਕੇ ਆਏ, ਉੱਥੇ ਇੱਕ ਵਰਗ ਹੈ, ਮੈਂ ਉਹਨਾਂ ਨੂੰ ਨਾਂ ਨਹੀਂ ਲੈਣਾ ਕਿਸੇ ਦਾ, ਉਹ ਸਾਰੇ ਸ਼ਰਾਬ ਕੱਢ ਕੇ ਆਪਣਾ ਗੁਜ਼ਾਰਾ ਕਰਦੇ। ਆ ਕੋਈ ਗੱਲ ਹੈ ਕਿ ਸ਼ਰਾਬ ਕੱਢ ਕੇ ਇਹਦੇ ਘਰ ਅੱਗ ਲਾ ਕੇ ਆਪਣਾ ਢਿੱਡ ਭਰਨਾ? ਉਹ ਤੇਰਾ ਢਿੱਡ ਨਹੀਂ ਭਰਨ ਡਿਆ, ਤੇਰਾ ਦੋ ਜਹਾਨ ਤੇਰੇ ਕਾਲੇ ਹੋਣ ਲੱਗੇ। ਅਗਲੇ ਦੇ ਘਰ ਗੰਦ ਪਾ ਕੇ, ਲੜਾਈਆਂ ਝਗੜੇ ਕਰਕੇ, ਉਹਨਾਂ ਨੂੰ ਬਿਮਾਰ ਕਰਕੇ। ਜਿਹੜੇ ਵੀ ਬੰਦੇ ਨਸ਼ੇ ਲੈਂਦੇ ਨੇ, ਸਭ ਤੋਂ ਪਹਿਲਾਂ ਸਿਹਤ ਦੀ ਬੜੀ ਲੋੜ ਹੁੰਦੀ ਹੈ। ਨਸ਼ੇ ਵਾਲੇ ਦੀ ਸਿਹਤ ਕਦੇ ਠੀਕ ਨਹੀਂ ਰਹੇਗੀ। ਦੂਸਰੀ ਬੰਦੇ ਨੂੰ ਲੋੜ ਹੈ ਪੈਸੇ ਦੀ, ਨਸ਼ੇ ਵਾਲੇ ਦੇ ਘਰ ਕਦੇ ਪੈਸਾ ਨਹੀਂ ਰਹੂਗਾ। ਤੀਸਰੀ ਬੰਦੇ ਨੂੰ ਲੋੜ ਹੈਗੀ ਹੈ ਇੱਜ਼ਤ ਦੀ, ਨਸ਼ੇ ਵਾਲੇ ਬੰਦੇ ਦੀ ਕੋਈ ਇੱਜ਼ਤ ਸਮਾਜ ਵਿੱਚ ਜਾਂ ਪਰਿਵਾਰ ਵਿੱਚ ਨਹੀਂ ਹੋਏਗੀ। ਚੌਥੀ ਲੋੜ ਹੈਗੀ ਹੈ ਜਿਹੜੀ ਹੈ ਸਾਨੂੰ ਮਨੁੱਖ ਜੀਵਨ ਨੂੰ, ਉਹ ਹੈਗੀ ਘਰ ਦੀ ਸੁੱਖ ਸ਼ਾਂਤੀ। ਇਹ ਤਿੰਨ ਚੀਜ਼ਾਂ ਡੰਗਰਾਂ ਕੋਲ ਨਹੀਂ ਹੁੰਦੀਆਂ, ਡੰਗਰਾਂ ਦੇ ਘਰ ਨਹੀਂ ਹੁੰਦੇ। ਉਹਨਾਂ ਨੂੰ ਪੈਸਾ ਨਹੀਂ ਚਾਹੀਦਾ, ਉਹਨਾਂ ਨੂੰ ਇੱਜ਼ਤ ਦੀ ਕੋਈ ਫਿਕਰ ਨਹੀਂ ਹੈ। ਖੋਤਿਆਂ ਨੂੰ ਇੱਜ਼ਤ ਦਾ ਕੋਈ ਗਿਆਨ ਨਹੀਂ, ਉਹਨੇ ਖੇਚ ਲੇਟਣਾ ਹੁੰਦਾ, ਨੰਗੇ ਫਿਰਨਾ ਹੁੰਦਾ ਉਹਨੇ। ਸਾਨੂੰ ਇੱਜ਼ਤ ਚਾਹੀਦੀ, ਇੱਜ਼ਤ ਦੀ ਖਾਤਰ ਅਸੀਂ ਆਪਣਾ ਆਪ ਕੁਰਬਾਨ ਕਰ ਦਿੰਦੇ ਹਾਂ। ਤੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ 'ਚ ਨਾ ਰੱਖਿਆ, ਇਹ ਚਾਰੇ ਚੀਜ਼ਾਂ ਨਸ਼ੇ ਵਾਲੇ ਦੇ ਘਰ ਕਦੇ ਨਹੀਂ ਹੋ ਸਕਦੀਆਂ। ਨਾ ਉਹਦੇ ਘਰ 'ਚ ਸੁੱਖ ਸ਼ਾਂਤੀ ਆ ਸਕਦੀ। ਉਹਨੂੰ ਤਾਂ ਸਮਾਂ ਗੁਰੂ ਪਾਤਸ਼ਾਹ ਨੇ ਭੂਤ ਨੇ ਕਿਹਾ ਹੋਇਆ, ਉਹਦੇ ਕੀਤੇ ਹੋਏ ਧਰਮ ਕਰਮ ਸਾਰੇ ਗਲਤ ਕੀਤੇ ਹੋਏ। ਭਾਂਗ ਮਾਸਲੀ ਸ਼ਰਾਬ ਮਾਲ ਕਬੀਰ ਜੀ ਕਹਿੰਦੇ ਨੇ, ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਸਭ ਰਸਾਤਲ ਹੈ। ਉਹ ਸਾਰੇ ਖੂਹ ਚ ਬਹਿ ਗਏ ਸਾਰੇ। ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੋ। ਹੁਣ ਦੋ ਕੀਰਤਨੀਆਂ ਬਹੁਤ ਚੜ੍ਹਦੀ ਕਲਾ ਦੇ ਤੁਹਾਡੀ ਸੇਵਾ ਨਿਮਾਣ ਨੂੰ ਬੈਠੇ ਆ। ਮੈਂ ਤਾਂ ਐਵੇਂ ਤੁਹਾਡਾ ਜੋੜੇ ਚਾੜਨ ਵਾਲਾ ਸੀ, ਮੇਰੇ ਮਨ 'ਚ ਲਾ ਨਹੀਂ ਆ। ਹੁਣ ਮੇਰਾ ਜੀਣ ਨੂੰ ਕਈ ਵਾਰ ਜੀ ਨਹੀਂ ਕਰਦਾ। ਮੈਂ ਪਾਂਡਵਾਂ ਦੇ ਪੜ੍ਹਿਆ, ਉਹਨੇ ਕਿਹਾ ਵੀ ਇਦਾਂ ਦਾ ਕਲ ਜਗਾਉਣ ਲੱਗਿਆ। ਆਂਦਾ ਜੇ ਇਦਾਂ ਦਾ ਕਲ ਜਗਾਉਣ ਲੱਗਿਆ ਅਸੀਂ ਜੀਣਾ ਨਹੀਂ ਚਾਹੁੰਦੇ। ਆਂਦੇ ਤੇ ਕੀ ਕਰਨਾ ਚਾਹੁੰਦੇ? ਆਂਦਾ ਨਹੀਂ ਜੀਣਾ ਚਾਹੁੰਦੇ। ਇਹੋ ਜਿਹੇ ਹਾਲਾਤ ਵਿੱਚ ਸਾਡੇ ਤੇ ਵੀ ਅਸਰ ਪਾਊਗਾ। ਅੱਗੇ ਫੇਰ ਕੀ ਕਰਨਾ? ਪਤਾ ਨਹੀਂ ਪੰਜੇ ਤੁਰ ਗਏ ਭਰਾ, ਬਰਫ ਵੱਲ ਚਲੇ ਗਏ, ਬਰਫ ਚੱਲਦੇ ਬਰਫ ਚ ਡਿੱਗ ਗਏ। ਇਹਦਾ ਮਤਲਬ ਉਹਨਾਂ ਨੂੰ ਪਤਾ ਵੀ ਅਸੀਂ ਮਰ ਜਾਣਾ, ਅੱਗੇ ਬਰਫ ਜੰਮ ਪੈਣਾ ਤੇ ਤੁਰੇ ਜਾਣ ਦੇ। ਇੱਕ ਇੱਥੇ ਡਿੱਗ ਪਿਆ, ਉੱਥੇ ਡਿੱਗ, ਏਦਾਂ ਹੀ ਨਹੀਂ ਲੱਗਿਆ ਵੀ ਪੰਜੇ ਡਿੱਗ। ਮੈਂ ਤਾਂ ਨਾ ਕੋਈ ਗੱਲ ਨਹੀਂ ਕੀ ਹੈ। ਜੇ ਨਿਜ਼ਮ ਰਾਏ ਭਾਈ ਰਣਧੀਰ ਸਿੰਘ ਦਾ ਮੈਂ ਪੜ੍ਹਿਆ, ਜਦੋਂ ਉਹਨਾਂ ਨੂੰ ਫੋਰਸ ਫੀਡਿੰਗ ਕਰਨ ਲੱਗੇ ਵੀ ਤੰਬਾਕੂ ਦਾ ਪਾਣੀ ਇਹਨਾਂ ਦੇ ਅੰਦਰ ਭੇਜਣਾ, ਉਹ ਆਂਦੇ ਮੈਂ ਸਵਾਦ ਚੜਾ ਕੇ ਸਰੀਰ ਛੱਡ ਦਊਂਗਾ, ਪਰ ਮੈਂ ਧਰਮ ਦੀ ਪ੍ਰਕਿਰਿਆ ਨਹੀਂ ਛੱਡੂੰਗਾ। ਮਤਲਬ ਧਰਮ ਦੇ ਥਾਂ ਤੇ ਆਪਣਾ ਸਰੀਰ ਦੀ ਔਤੀ ਪਾਣ ਨੂੰ ਸਾਡੇ ਲੋਕ ਤਿਆਰ ਕਰ ਗਏ। ਅੱਜ ਉਹ ਹੈਰਾਨੀ ਦੀ ਗੱਲ ਹੈ, ਮੁੱਢਲੀ ਜਦ ਸਿੱਖੀ ਸਾਰੇ ਧਾਰਨ ਕਰੀਏ, ਇੱਕ ਦੂਜੇ ਨੂੰ ਫਤਿਹ ਬੁਲਾਈਏ, ਉਹ ਸਲਾਮ ਅਲੈਕਮ ਮੁਬਾਰਕਾਂ ਨੂੰ ਸਲਾਮ ਅਲੈਕਮ, ਸਾਰੇ ਮੁਸਲਮਾਨ ਸਲਾਮ ਅਲੈਕਮ ਕਰਦੇ। ਮੈਂ ਉਹਨਾਂ ਦੀ ਕਾਦੀਆਂ ਦੀ ਉਦਾਹਰਨ ਦੇਣਾ ਹੁੰਨਾ, ਕੀਰਤੀਆਂ ਤੁਹਾਡੀ ਸੇਵਾ ਨਿਭਾਣੀ ਹੈ। ਮੈਂ ਉਹਨਾਂ ਨੂੰ ਆਪ ਜੀ ਤੁਹਾਡੇ ਜ਼ਿਲ੍ਹੇ ਗੁਰਦਾਸਪੁਰ ਚ ਕਾਦੀਆਂ ਬੈਠੀ ਹੈ ਅਹਿਮਦੀਆ ਜਮਾਤ, ਉਹਨਾਂ ਦੇ ਅੱਜ ਤੱਕ ਕੁੜੀ ਨੰਗਾ ਸਿਰ ਕਰਕੇ ਪਿੰਡ ਸ਼ਹਿਰ ਚ ਨਹੀਂ ਮੁਸਲਮਾਨਾਂ, ਅੱਜ ਤੱਕ ਉਹਨਾਂ ਦਾ ਕੋਈ ਕਤਲ ਦਾ ਕੇਸ ਸਾਡੇ ਥਾਣੇ ਨਹੀਂ ਲੱਗਿਆ। ਅੱਜ ਤੱਕ ਕਿਸੇ ਮੁੰਡੇ ਦੀ ਜ਼ਰੂਰਤ ਨਹੀਂ ਜਿਹੜਾ ਸੁਣਤ ਨਾ ਕਰਾਏ। ਉਹਨਾਂ ਦੀ ਅੱਜ ਤੱਕ ਜਿਹੜੇ 5 ਨਮਾਜ਼ਾਂ ਰੋਜ਼ੇ, ਕਿਸੇ ਦੀ ਜ਼ਰੂਰਤ ਨਹੀਂ ਹੈ ਜਿਹੜਾ ਆਖੇ ਮੈਂ ਨਮਾਜ਼ ਨਹੀਂ ਕਰਨੀ। ਉਹਨੂੰ ਛੇਕ ਦੇਣਗੇ, ਕੱਢ ਦੇਣਗੇ। ਇਹ ਸਾਡੇ ਵਿੱਚ ਵੀ ਗੱਲ ਸੀ, ਪਰ ਅੱਜ ਦੇ ਸਮੇਂ 'ਚ ਅਸੀਂ ਇਸ ਗੱਲ ਤੋਂ ਸਾਰੇ ਨਿਕਲੇ ਹੋ ਗਏ। ਤਾਂ ਸਾਡੀ ਕੌਮ ਦੀ ਇਹ ਹਾਲਤ ਹੋਈ ਹੈ। ਉਹ ਤਦ ਹੋ ਸਕਦੀ ਹੈ ਤੁਸੀਂ ਘੱਟੋ ਘੱਟ ਜੇ 60 ਅਸੀਂ ਸਿੱਖ ਹੈ ਤੇ 40 ਸਿੱਖ ਦੀ ਖੱਡੇ ਦੀ ਪਹੁੰਚ ਸਕਦੇ। ਮੁੱਢਲੀ ਸਿੱਖੀ ਸੱਚ ਬੋਲਣਾ, ਕਿਸੇ ਦਾ ਬੁਰਾ ਨਹੀਂ ਕਰਨਾ, ਜ਼ਿੰਦਗੀ 'ਚ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ। ਜੇ ਕਰਨਾ ਤੇ ਭਲਾ ਕਰਨਾ, ਜੇ ਭਲਾ ਨਹੀਂ ਕਰਨਾ ਤੇ ਕਦੇ ਵੀ ਬੁਰਾ। ਜੇ ਬੋਲਣਾ ਤੇ ਸੱਚ ਬੋਲਣਾ, ਜੇ ਸੱਚ ਨਹੀਂ ਬੋਲਣਾ ਤੇ ਝੂਠ ਕਦੇ ਵੀ ਨਹੀਂ ਬੋਲਣਾ। ਪਰ ਇਹ ਕਿਉਂ ਕੌਣ ਕਰੂਗਾ? ਇਹ ਗੱਲਾਂ ਕਿਵੇਂ ਚੱਲੂਗੀਆਂ ਸਾਡੇ 'ਚ? ਜੇ ਅੰਗਰੇਜ਼ ਸੱਚ ਬੋਲ ਸਕਦਾ ਤੇ ਪੰਜਾਬੀ ਕਿਉਂ ਨਹੀਂ ਸੱਚ ਬੋਲ ਸਕਦਾ? ਜੇ ਅੰਗਰੇਜ਼ ਇਮਾਨਦਾਰੀ ਦੀ ਕਮਾਈ ਕਰ ਸਕਦਾ ਤੇ ਪੰਜਾਬੀ ਕਿਉਂ ਨਹੀਂ ਇਮਾਨਦਾਰੀ ਦੀ ਕਮਾਈ ਕਰ? ਸਿੱਖ ਕਿਉਂ ਨਹੀਂ ਇਮਾਨਦਾਰੀ ਦੀ ਕਮਾਈ ਕਰ ਸਕਦਾ? ਮੈਂ ਪੰਜਾਬੀ ਨੂੰ ਲੈਣਾ, ਸਿੱਖ ਨੂੰ ਕਹਿੰਦਾ, ਉਹ ਕਿਉਂ ਨਹੀਂ ਇਮਾਨਦਾਰੀ ਦੀ ਕਮਾਈ ਕਰ ਸਕਦਾ? ਉਹਨੂੰ ਪਤਾ ਵੀ ਖਾਲੀ ਹੱਥੀਂ ਆਇਆ ਤੇ ਖਾਲੀ ਹੱਥੀਂ ਨੰਗੇ ਨਾਲ ਤੁਰ ਜਾਣਾ, ਤੇ ਨਾਲ ਚੰਗੇ ਮਾੜੇ ਕਰਮਾਂ ਦੀ ਪੰਡ ਚੁੱਕ ਕੇ ਜਾਣਾ। ਇਸ ਕਰਕੇ ਥੋੜਾ ਇਹਨਾਂ ਗੱਲਾਂ ਧਿਆਨ ਰੱਖੋ। ਪਿੰਡਾਂ ਵਿੱਚ ਇਕੱਠੇ ਹੋ ਕੇ ਰਹੋ, ਇੱਕ ਦੂਜੇ ਦੀ ਹੈਲਪ ਕਰੋ। ਜੇ ਹੈਲਪ ਨਹੀਂ ਕਰਨੀ ਤਾਂ ਵਿਰੋਧਤਾ ਨਾ ਕਰੋ। ਜੇ ਤੁਸੀਂ 5 ਕੰਮ ਪਿੰਡਾਂ ਦੇ ਲੋਕ ਚੁੱਕ ਲਓ
ਚੋਰੀ ਕੋਈ ਨਾ ਕਰੇ, ਦੂਜੇ ਦਾ ਹੱਕ ਨਹੀਂ ਖਾਣਾ ਮਤਲਬ, ਤੇ ਨਾਲ ਨਸ਼ਿਆਂ ਦਾ ਸੇਵਨ ਨਾ ਕੀਤਾ ਜਾਏ ਜਦੋਂ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ, ਤੇ ਨਾਲ ਜਿਹੜੀ ਮੁੱਢਲੀ ਪੰਜ ਕਕਾਰੀ ਰਹਿਤ ਦੀ ਧਾਰਨੀ ਹੋ ਕੇ ਫਤਿਹ ਬੁਲਾਉਣ ਜਾਂ ਨਿਤਨੇਮ ਤੱਕ ਸੀਮਿਤ ਹੋ ਜਾਓ, ਤੇ ਨਾਲ ਕਰੈਕਟਰ ਜੋ ਸਾਡੀ ਪੰਜਾਬ ਬੰਦਕ ਰਹਿ ਤਾਂ ਕਰੈਕਟਰ ਉੱਚਾ ਰੱਖਿਆ ਜਾਏ। ਗੰਦੇ ਗਾਣੇ ਨਾ ਵੱਜਣ ਦਿਓ ਪਿੰਡਾਂ ਵਿੱਚ। ਜੇ ਢਾਡੀਆਂ ਦੀਆਂ ਵਾਰੀਆਂ ਲਾਣਾ 100 ਵਾਰ ਲਾਓ, ਸਾਨੂੰ ਬੜੀ ਖੁਸ਼ੀ ਹੈ। ਕੋਈ ਕੀਰਤਨ ਲਾ ਲਓ, ਐਵੇਂ ਤੁਸੀਂ ਸਾਹਿਬ ਜੱਡ ਮੁੰਡਿਆਂ ਨੇ ਟਰੈਕਟਰਾਂ ਦੇ ਉੱਤੇ ਬੰਨੇ ਆ ਗਾਣੇ ਤੇ ਬੁਰੀ ਹਾਲਤ ਮੰਗ ਕੇ ਦਿਹਾੜੇ ਹੋਏ। ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ। 4-5 ਕੰਮ ਨਾ ਕਰੋ ਤੇ ਤੁਹਾਨੂੰ ਕਦੇ ਵੀ ਥਾਣੇ ਜਾਣ ਦੀ ਲੋੜ ਨਹੀਂ ਪਏਗੀ। ਤੇ ਜੇ ਗੁਰੂ ਦੇ ਬਚਨ ਨਹੀਂ ਮੰਨਣੇ, ਫਿਰ ਮੈਂ ਕਹਿੰਦਾ ਬਹੁਤੇ ਜਦੋਂ ਅਸੀਂ ਇਹਨਾਂ ਕੋਲ ਅਗਰਾਈਆਂ ਲੈ ਲਈਆਂ, ਫਿਰ ਸਮਾਗਮ ਕਰਨਾ, ਉਹਨੇ ਉੱਥੇ ਜਾ ਕੇ ਗੱਲ ਬੰਦ ਕਰ ਦਿੱਤੀ। ਇਹਨਾਂ ਨੂੰ 500 ਰੁਪਇਆ ਦੇ ਦਿੱਤਾ, ਇਹਨਾਂ ਚੀਜ਼ਾਂ ਤੇ ਲਾ ਦਿੱਤਾ, ਮੈਨੂੰ ਕੋਈ ਦੁੱਖ ਨਹੀਂ। ਪਰ ਉਹਨਾਂ ਦੇ ਅੰਦਰ ਮੁੜ ਕੇ ਗੱਲ ਆ ਗਈ ਵੀ ਅਸੀਂ ਧਰਮ ਦਾ ਕੰਮ ਮੁਕਾਤਾ। ਅਗਰਾਈ ਦੇਣਾ ਇਹ ਧਰਮ ਦਾ ਕੰਮ ਹੈ, ਸਗਰਾਦ ਵਾਲੇ ਦਿਨ ਪੈਸੇ ਦੇ ਕੇ ਅਰਦਾਸ ਕਰਾਣੀ ਉਹ ਧਰਮ ਦਾ ਕੰਮ ਹੈ, ਬਾਕੀ ਹੋਰ ਧਰਮ ਕੋਈ ਨਹੀਂ ਹੈ। ਆਹੀ ਕੰਮ ਹੈ। ਨਾਮ ਅਗਰ ਸਿੰਘ ਕੌਰ ਲਾ ਲਓ ਤੇ ਆਨੰਦ ਕਾਰਜ ਕੁਰਾਨ ਗੁਰਦੁਆਰੇ ਆ ਗਏ, ਜਦ ਬੈਜੋ ਗੁਰੂ ਦੇ ਹਜ਼ੂਰੀ ਵਿੱਚ, ਬੁੱਢਾ ਮਰ ਜਾਂਦਾ ਪਾਠ ਪੜ੍ਹਾ ਲਓ, ਤੇ ਬਸ ਇਹੋ ਧਰਮ ਹੈ, ਹੋਰ ਕੋਈ ਵੀ ਧਰਮ ਨਹੀਂ। ਉੱਥੇ ਜਠੇਰੇ ਪੂਜਦੇ ਨੇ ਤੁਹਾਡੇ ਜੋੜੇ ਗੁਰਦੁਆਰੇ ਦੇ ਵਿੱਚ ਜਠੇਰੇ ਖੜੇ ਕੀਤੇ ਹੋਏ, ਕੋਈ ਨਹੀਂ ਪੁੱਛਣ ਵਾਲਾ। ਤੇ ਪਿਛਲੀ ਬੰਦੀ ਜਿਹੜੀ ਲੀਹ ਪਈ ਹੈ ਉਹਨੂੰ ਤੋੜ ਵਾਸਤੇ ਅਗਲੇ ਨੌਜਵਾਨ ਅੱਗੇ ਆਓ। ਪਹਿਲੇ ਬੁੱਢਿਆਂ ਨੂੰ ਤਾਂ ਨਹੀਂ ਸੀ ਸਿੱਖੀ ਦਾ ਪਤਾ, ਸਾਡੇ ਤਾਂ ਤਸ਼ੱਦਦ ਹੁੰਦਾ ਰਿਹਾ ਸਿੱਖਾਂ ਤੇ। ਜੇ ਹੁਣ ਮਾੜਾ ਮੋਟਾ ਸਾਨੂੰ ਵਿਹਲੇ ਹੋ ਕੇ ਆਪਣੀ ਕੌਮ ਨੂੰ ਉੱਪਰ ਚੁੱਕਣ ਦਾ ਟਾਈਮ ਆਇਆ ਤੇ ਸਾਡੀਆਂ ਗੱਡੀਆਂ ਪਾ ਗਈਆਂ ਸਾਰੀਆਂ, ਕੋਈ ਕਿਸ ਪਾਸੇ ਤੁਰ ਗਿਆ, ਕਿਸ ਪਾਸੇ ਤੁਰ ਗਿਆ। ਇਸ ਕਰਕੇ ਜਥਾ ਆਪ ਜੀ ਦੇ ਚਰਨਾਂ 'ਚ ਅਸੀਂ ਬੇਨਤੀ ਕਰਦਾ। ਸੋ ਐਨੀ ਆਪ ਜੀ ਦੀ ਬੇਨਤੀ ਕਰਦੇ ਹਾਂ। ਦਾਸ ਕੋਲੋਂ ਕਿਸੇ ਵੀਰ ਭੈਣ ਨੂੰ ਕੋਈ ਦੁੱਖ ਤਖਾਵੀ ਗੱਲ ਲੱਗੀ ਹੋਈ ਤੇ ਮੈਂ ਗੁਰੂ ਪਾਤਸ਼ਾਹ ਤੋਂ ਗੁਰੂ ਕੀ ਸੰਗਤ ਤੋਂ ਖਿਮਾ ਜਾ ਚੁੱਕਾ। ਮਹਾਰਾਜ ਮਿਹਰ ਕਰ ਕਿ ਸਾਡੀ ਕੌਮ ਹਰ ਕੌਮ ਦਾ ਦਰਦ ਹੋਏ। ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਕੌਮ ਦੇ ਨਾਲ ਖੜ ਜਾਓ, ਇੰਨੀ ਬੜਾ ਕੁਝ ਹੋਇਆ। ਇਕੱਠੇ ਹੋ ਜਾਓ ਤੇ ਦੁਨੀਆ ਦੀ ਕੋਈ ਤਾਕਤ ਤੁਹਾਡੇ ਵੱਲ ਦੇਖ ਨਹੀਂ ਸਕਦੀ। ਮੇਰੇ ਗੁਰੂਆਂ ਦੇ ਬਚਨ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ। ਉਹੇ ਸੀ ਕੋਈ ਸਿਸਟਮ, ਗੁਰੂ ਇੱਕ ਹੈ, ਸ਼ਬਦ ਇੱਕ ਹੈ, ਇੱਕਾ ਗੁਰੂ, ਇੱਕੋ ਸ਼ਬਦ, ਇੱਕਾ ਗੁਰੂ, ਇੱਕਾ ਬਾਣੀ, ਇੱਕੋ ਗੁਰੂ, ਇੱਕੋ ਸ਼ਬਦ ਵਿਚਾਰ। ਉਹਦੇ ਵਿੱਚ ਅਸੀਂ ਇਕੱਠੇ ਹੋਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਪੰਜਾਂ ਪਿਆਰਿਆਂ ਦੇ ਪਹੁੰਚ ਕੇ ਤਿਆਰ ਹੋਈਏ ਤੇ ਗੁਰੂ ਕੀ ਮੁੱਢਲੀ ਸਿੱਖੀ ਨੂੰ ਆਪਾਂ ਲਈਏ। ਅੱਗੇ ਕਿਸੇ ਦਾ 10 ਦੁਆਰ ਖੁੱਲਣਾ ਖੁੱਲੇ, ਨਹੀਂ ਖੁੱਲਣਾ ਨਾ ਖੁੱਲੇ, ਪਰ ਇੰਨੇ ਗੱਲ ਨਾਲ ਸਾਡਾ ਸਾਰਾ ਕੰਮ ਹੱਲ ਜਾਂਦਾ ਵੀ ਅਸੀਂ ਜਿਹੜੀ ਪੰਜ ਕਕਾਰੀ ਰਹਿਤ ਤੇ 4 ਵਜੇ ਰਹਿਤਾਂ ਤੋਂ ਸੰਕੋਚ ਕਰਦੇ ਹੋਏ ਇੱਕ ਦੂਜੇ ਨੂੰ ਫਤਿਹ ਤੇ ਨਿਤਨੇਮ ਦਿਮਾਗ ਹੋ ਜਾਈਏ ਤੇ ਨਾਲ ਕਮਾਈ ਸੱਚ ਦੀ ਹੋਏ ਤੇ ਗੰਦੇ ਗਾਣੇ ਤੋਂ ਬਚੀਏ, ਨਸ਼ਿਆਂ ਤੋਂ ਬਚ ਜਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ।